वाहिगुरु जी की फतेह। गुरमुख प्यारिओ, महाराज सच्चे पातशाह सतगुरु श्री गुरु ग्रंथ साहिब जी की पावन पवित्र शरण विच संगत रूप विच एकत्र होए हाँ। और महाराज सच्चे पातशाह जी के हुक्म के अनुसार आप चलण की कोशिश कर रहे हैं, क्योंकि जो निरंकार दा परमात्मा दा संदेश है, परमात्मा दा जो स्नेहा है, वो सानू गुरबाणी के रूप दे विच दिता जा रहा है, समझाया जा रहा है। जिस हुण सानू सारिआं नूं ये मौका मिलिआ, ये मानस जन्म बख्शिश होया है। ये जो मानस जन्म है, पर ते सानू महाराज सच्चे पातशाह समझाउंदे ने, अस्थावर जंगम कीट पतंगा अनक जन्म किए बौरंगा। ऐसे घर हम बहुत बसाए, जब हम राम गर्भ होया है। इस मानस जन्म तक पहुँचद्या पहुँचद्या लम्मा सफ़र तय किया है। ये मौका मिल गया, मानस जन्म बख्शिश होया, जिस नूं 84 लाख तो सब तो वध ज्ञान, सब तो वध अकल और उस अकल का इस्तेमाल करने वास्ते कला सानू बख्शिश की गई। जिन्हां गुरमुखां भगतां ने इस मानस जामे दे विच आके लाहा लिया, उन्होंने इस जन्म के कंपैरिजन दूसरे आकारां नूं देखिया जिन्हां जूनां दे विचों हो के आए सी, ते उन्हां दी तुलना करदे होया इस नूं सब तो उत्तम जूनी ऐलानिया ते हुक्म कीता, 184 जून सबाई मानस को बराबर दी वडाई। इस पौड़ी ते जो नर चूके आए जाए दुख पाएगा। ये जिहड़ा मौका मिलिया, ये 84 लाख तो उत्तम है। होरना जिहड़े आकार ने, होर जिहड़ियां जूनियां ने, उन्हां दे कोल ना तो इन्ना ज्ञान है, ना इन्ना समा है, और ना ही उस अकल नूं वरतन वास्ते कला है, जिसके फलस्वरूप वो अपने जीवन तो जीउंदे ने पर उहदा लाहा नहीं खटदे, हार जाते हैं। जैसा हुण एक दुनियावी तौर पर आपां देखदे भी हर एक जीव जिहड़ा अपने फील्ड दे विच कोई ना कोई पॉइंट अचीव करता है, हर तरह की पढ़ाई है, तो जिस पढ़ाई दे विच उसनूं कोई सफलता मिल जाती है तो फिर वो दूसरिਆਂ नूं दसदा है
ਆਪਣੇ ਬੱਚਿਆਂ ਨੂੰ, ਆਪਣੇ ਅੰਗਲੀ ਸੰਗਲੀ ਨੂੰ ਕਿ ਤੁਸੀਂ ਐਸਾਂ ਦਾ ਕੋਰਸ, ਐਸਾਂ ਦੀ ਪੜ੍ਹਾਈ ਕਰੋ ਕਿ ਜਿੱਥੇ ਰਹਿੰਦੇ ਹੋ ਤੁਹਾਨੂੰ ਕੋਈ ਰੁਜ਼ਗਾਰ, ਕੋਈ ਸਾਧਨ ਮਿਲ ਜਾਏ ਅਤੇ ਜੀਵ ਉਹਦੇ ਦੇ ਮੁਤਾਬਕ ਹੀ ਫਿਰ ਆਪਣਾ ਧਿਆਨ ਕੇਂਦਰਿਤ ਕਰਕੇ ਉਹ ਵਿੱਦਿਆ, ਉਹ ਸਿੱਖਿਆ ਲੈਣੀ ਸ਼ੁਰੂ ਕਰ ਦਿੰਦਾ ਹੈ। ਅਤੇ ਤੁਸੀਂ ਦੇਖਦੇ ਹੀ ਹੋ ਦੁਨਿਆਵੀ ਤੌਰ 'ਤੇ ਉਹ ਸਫਲ ਹੁੰਦੇ ਨੇ, ਕਾਮਯਾਬ ਹੁੰਦੇ ਨੇ। ਇਸੇ ਤਰ੍ਹਾਂ ਹੀ ਇਹ ਜਿਹੜੇ ਮਾਨਸ ਜਨਮ ਦੇ ਵਿੱਚ ਅਸੀਂ ਆਏ ਹਾਂ, ਇਸ ਮਾਨਸ ਜਨਮ ਦਾ ਲਾਹਾ ਹੈ ਪਰਮਾਤਮਾ ਦੇ ਨਾਲ, ਨਿਰੰਕਾਰ ਦੇ ਨਾਲ ਜੁੜਨਾ। ਇਹ ਸਾਨੂੰ ਮੌਕਾ ਮਿਲ ਗਿਆ ਹੈ। ਹੁਣ ਆਪਾਂ ਮਾਨਸ ਜਨਮ ਵਿੱਚ ਬੈਠੇ ਹਾਂ, ਇਸ ਕਰਕੇ ਇਹ ਆਪਾਂ ਵਿਚਾਰ ਇੱਕ ਦੂਸਰੇ ਨਾਲ ਕਰ ਰਹੇ ਹਾਂ। ਹੁਣ ਜਦੋਂ ਗੁਰਮੁਖਾਂ ਨੇ ਇਹਦੇ ਵਿੱਚੋਂ ਲਾਹਾ ਖੱਟਿਆ, ਮਾਨਸ ਜਨਮ ਦੇ ਵਿੱਚ ਆ ਕੇ ਪਰਮਾਤਮਾ ਨਾਲ ਜੁੜੇ, ਅਤੇ ਉਹਨਾਂ ਨੇ ਕਿਹਾ ਵੀ ਦੂਸਰਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਇਹਨਾਂ ਦੇ ਕੋਲ ਵੀ ਮਨੁੱਖਾ ਜਨਮ ਹੈ, ਕਿਉਂਕਿ ਜੋਤ ਤਾਂ ਇੱਕ ਹੀ ਹੈ। ਹੁਣ ਤੁਸੀਂ ਦੇਖੋ ਵੀ ਉਪਦੇਸ਼ ਕਿਹਨੂੰ ਹੈ? ਉਪਦੇਸ਼ ਉਸ ਮਨ ਨੂੰ ਹੈ, ਉਸ ਜੋਤ ਨੂੰ ਹੈ ਜਿਹੜੀ ਮਾਨਸ ਜਨਮ ਦੇ ਵਿੱਚ ਆਈ ਹੈ। ਲੇਕਿਨ ਜੋਤ ਤਾਂ ਦੂਸਰਿਆਂ ਦੇ ਵਿੱਚ ਵੀ ਉਹ ਹੈ, ਅਤੇ ਉਹਨਾਂ ਨੂੰ ਤਾਂ ਕਦੇ ਨਹੀਂ ਸਮਝਾਇਆ ਜਾਂਦਾ ਵੀ ਉਹਨਾਂ ਨੂੰ, ਕਿਉਂਕਿ ਉਹ ਲਾਹਾ ਨਹੀਂ ਖੱਟ ਸਕਦੇ। ਨਹੀਂ ਤਾਂ ਐਸਾ ਹੋਵੇ ਉਹਨਾਂ ਦੀ ਗੈਦਰਿੰਗ ਕਰਕੇ, ਉਹਨਾਂ ਨੂੰ ਇਕੱਠੇ ਕਰਕੇ ਅਤੇ ਜਾਨਵਰਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਜਾਏ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਕੋਲ ਇੰਨਾ ਗਿਆਨ ਨਹੀਂ ਕਿ ਜਿਹੜੀ ਗੱਲ ਅਸੀਂ ਦੱਸਾਂਗੇ ਉਹ ਇਹਨਾਂ ਦੇ ਪਕੜ ਵਿੱਚ ਨਹੀਂ ਆਏਗੀ। ਇਹ ਕੇਵਲ ਮਾਨਸ ਜਨਮ ਦੇ ਜਿਸ ਨੂੰ ਮੌਕਾ ਮਿਲਿਆ, ਇਹਨੂੰ ਅਕਲ ਕਲਾ ਦਿੱਤੀ ਹੋਈ ਹੈ, ਇਹੀ ਸਮਝ ਸਕਦੇ ਨੇ। ਜਦੋਂ ਉਹ ਸਮਝਾਉਂਦੇ ਨੇ, ਇਹ ਨਹੀਂ ਸਮਝਦੇ, ਫਿਰ ਇਹਦਾ ਕੰਪੈਰੀਜ਼ਨ ਇਹਦੇ ਨਾਲ ਕਰ ਦਿੰਦੇ ਨੇ ਵੀ ਤੁਹਾਡੇ ਵਿੱਚ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ, ਨਾ ਉਹ ਸਮਝਦੇ ਨੇ ਨਾ ਤੁਸੀਂ ਸਮਝਦੇ ਹੋ। ਫਿਰ ਉੱਥੇ ਜਾ ਕੇ ਕਿਹਾ ਜਾਂਦਾ ਹੈ, ਚਿਰੰਕਾਲ ਪਾਈ ਦੁਰਲਭ ਦੇ, ਨਾਮ ਵੀ ਹੋਣ ਹੋਈ ਖੇ, ਪਸ਼ੂ ਪ੍ਰੇਤ ਮੁਗ ਤੇ ਬੁਰੀ, ਤਿਸ ਨਾ ਬੁੱਝੇ ਜੇ ਨੇ ਸਰੀ। ਕਿ ਤੁਹਾਨੂੰ ਤਾਂ ਮੌਕਾ ਮਿਲਿਆ ਅਤੇ ਤੁਸੀਂ ਤਾਂ ਸਮਝਦੇ ਨਹੀਂ, ਅਤੇ ਜਿਨ੍ਹਾਂ ਨੂੰ ਨਹੀਂ ਮੌਕਾ ਮਿਲਿਆ ਤੁਹਾਡੇ ਨਾਲ ਦੋ ਹੀ ਚੰਗੇ ਨੇ, ਉਹ ਆਪਣੇ ਰੂਟੀਨ ਦੇ ਵਿੱਚ ਤਾਂ ਯਾਦ ਤਾਂ ਕਰੀ ਜਾਂਦੇ ਨੇ ਨਾ, ਭਾਵੇਂ ਮਿਲ ਤਾਂ ਨਹੀਂ ਸਕਦੇ, ਪਰ ਉਹਦੇ ਗੁਣ ਤਾਂ ਗਾਈ ਜਾ ਰਹੇ ਨੇ। ਇਸ ਕਰਕੇ ਮਹਾਰਾਜ ਜਿਹੜੇ ਗੁਰਮੁਖ ਜਾਗੇ ਹੋਏ ਉਹ ਸਮਝਾਉਂਦੇ ਨੇ। ਹੁਣ ਆਹ ਜਿਹੜੀ ਸੁਰਤ ਹੈ, ਜਿਹੜਾ ਮਨ ਇਸ ਜਨਮ ਵਿੱਚ ਆਇਆ, ਇਹਨੂੰ ਸਮਝਾ ਰਹੇ ਨੇ। ਕੀ ਕਹਿ ਰਹੇ ਨੇ? ਇਹ ਧਿਆਨ ਨਾਲ ਸੁਣਨਾ। ਇਹ ਨਾ ਕਈ ਦਫਾ ਗੁਰਮੁਖ ਇਹਦਾ ਗਲਤ ਮਤਲਬ ਲੈ ਜਾਂਦੇ ਨੇ ਸ਼ਬਦ ਦਾ। ਜਿਸ ਤਰ੍ਹਾਂ ਸਮਝਾਉਂਦੇ ਨੇ, ਕਹਿੰਦੇ ਨੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਾਉਣ ਆਖੇ ਸਭ ਜਾਏ। ਉਹਨੇ ਦੇਖੋ ਤੁਹਾਨੂੰ ਮੌਕਾ ਦਿੱਤਾ, ਇਹ ਮਾਨਸ ਜਨਮ ਦਿੱਤਾ ਹੈ, ਤੁਹਾਡੀ ਰਚਨਾ ਕੀਤੀ, ਉੱਥੇ ਤੁਹਾਡੀ ਰੱਖਿਆ ਕੀਤੀ, ਤੁਹਾਨੂੰ ਸੋਹਣੇ ਨੇਤਰ ਦਿੱਤੇ ਨੇ, ਨੇਤਰਾਂ ਦੇ ਵਿੱਚ ਜੋਤ ਰੱਖੀ ਹੋਈ ਹੈ, ਬੰਕੇ ਲੋਇਣ ਦੰਤ ਰਿਸਾਲਾ, ਤੁਹਾਨੂੰ ਜੋਤ ਦਿੱਤੀ ਹੋਈ ਹੈ, ਨੇਤਰ ਦਿੱਤੇ ਹੋਏ ਨੇ, ਅਤੇ ਤੁਸੀਂ ਇਸ ਜੋਤ ਦੇ ਦੁਆਰਾ ਇਸਤੇਮਾਲ ਕਰੋ ਅਤੇ ਪਾਰ ਬ੍ਰਹਮ ਨੂੰ, ਨਿਰੰਕਾਰ ਦੇ ਦਰਸ਼ਨ ਕਰੋ। ਛੱਤੀ ਪ੍ਰਕਾਰ ਦੇ ਭੋਜਨ ਚੱਖਣ ਵਾਸਤੇ ਤੁਹਾਨੂੰ ਜੇਬਾ ਦਿੱਤੀ ਹੈ, ਦੰਦ ਦਿੱਤੇ ਹੋਏ ਨੇ,
ਕਿੱਡਾ ਸੋਹਣਾ ਇਹ ਰੂਪ ਬਣਾਇਆ ਹੋਇਆ ਹੈ। ਬਾਂਕੇ ਲੋਇਣ ਦੰਤ ਰਸਾਲਾ, ਤੇਰੇ ਸੋਹਣੇ ਨੱਕ ਲੰਮੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਇਹ ਕਿੰਨਾ ਸੋਹਣਾ ਰੂਪ ਬਣਾਇਆ ਹੋਇਆ ਹੈ। ਜਿਸ ਤਰ੍ਹਾਂ 100% ਆਪਾਂ ਕਹਿ ਦਿੰਦੇ ਸ਼ੁੱਧ ਹੈ, ਇਹ ਸੋਨਾ ਹੈ, ਕੰਚਨ ਦੇਹੀ ਹੈ। ਕਹਿੰਦੇ ਕਿੰਨਾ ਸੋਹਣਾ ਆਰੋਗ ਦੇਹੀ ਹੈ, ਕਿੰਨਾ ਸੋਹਣਾ ਇਹ ਮੰਦਰ ਬਣਾਇਆ ਹੋਇਆ ਹੈ, ਕਿੰਨੇ ਸੋਹਣੇ ਇਹ ਦੁਆਰ ਲੱਗੇ ਹੋਏ ਨੇ। ਇਹਦੇ ਵਿੱਚ ਤੁਹਾਨੂੰ ਮੌਕਾ ਦਿੱਤਾ ਹੈ। ਇਹ ਜਿਹੜੀ ਜੋਤ ਹੈ ਮਨ ਦੀ, ਪਰਮਾਤਮਾ ਸਵਾਸ ਦੇ ਰਿਹਾ ਹੈ। ਕੰਚਨ ਕਾਇਆ ਸੋਨੇ ਕੀ ਢਾਲਾ, ਸੋਵਨ ਢਾਲਾ ਕ੍ਰਿਸ਼ਨ ਮਾਲਾ। ਜਪੋ ਤੁਸੀਂ ਸਹੇਲਿਓ। ਹੁਣ ਇੱਥੇ ਤੁਹਾਨੂੰ ਭੇਜਿਆ ਹੋਇਆ ਤੇ ਸਵਾਸ ਦੇ ਰਿਹਾ। ਇਹ ਸਵਾਸ ਕੌਣ ਦੇ ਰਿਹਾ ਹੈ ਸਾਰਿਆਂ ਨੂੰ? ਹਾਂਜੀ, ਸਾਰੇ ਜਣੇ ਦੱਸ ਸਕਦੇ ਹੋ ਤੁਸੀਂ? ਪਤਾ ਤੁਹਾਨੂੰ ਸਾਰਿਆਂ ਨੂੰ ਕੌਣ ਦੇ ਰਿਹਾ ਹੈ? ਪਰਮਾਤਮਾ। ਇੱਥੇ ਪਰਮਾਤਮਾ ਨੂੰ, ਨਿਰੰਕਾਰ ਨੂੰ ਕ੍ਰਿਸ਼ਨ ਕਹਿ ਦਿੱਤਾ ਹੈ। ਜਿਹੜਾ ਨੰਦਨ ਦਾ ਪੁੱਤਰ ਹੈ ਦੇਵਕੀ, ਉਹਨੂੰ ਕ੍ਰਿਸ਼ਨ ਨੇ ਕਿਹਾ। ਇੱਥੇ ਮਾਰੇ ਸੱਚੇ ਪਾਤਸ਼ਾਹ ਗੁਰਬਾਣੀ ਵੀ ਦੱਸਿਆ ਨੇ, ਏ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਜਿਹੜਾ ਅਸਲ ਨਿਰੰਕਾਰ ਹੈ ਪਰਮਾਤਮਾ, ਉਹ ਕ੍ਰਿਸ਼ਨ ਹੈ ਅਸਲ, ਜੋ ਕਿਸੇ ਤੋਂ ਪੈਦਾ ਨਹੀਂ ਹੁੰਦਾ। ਨਿਰੰਕਾਰ ਦੀ ਜੋਤ ਅੰਦਰ ਵਸ ਰਹੀ ਹੈ, ਜਿਹਨੂੰ ਆਤਮਾ ਰਾਮ ਕਹਿੰਦੇ ਹਾਂ। ਹੁਣ ਆ ਜਿਹੜੇ ਸਵਾਸ ਚੱਲ ਰਹੇ ਨੇ, ਇਹ ਸਾਰਿਆਂ ਨੂੰ ਨਿਰੰਕਾਰ ਦੇ ਰਿਹਾ ਹੈ, ਪਰਮਾਤਮਾ ਦੇ ਰਿਹਾ ਹੈ। ਇਹ ਜਿਹੜੀ ਸੋਨੇ ਵਰਗੀ ਦੇਹੀ ਹੈ, ਕੰਚਨ ਕਾਇਆ ਹੈ, ਇਹ ਸਵਾਸਾਂ ਦੇ ਆਸਰੇ ਚੱਲਦੀ ਪਈ ਹੈ। ਸਵਰਨ ਢਾਲਾ ਕ੍ਰਿਸ਼ਨ ਮਾਲਾ। ਇਹ ਜਿਹੜੇ ਸਵਾਸ ਨੇ, ਇਹਨਾਂ ਨੂੰ ਮਾਲਾ ਕਹਿ ਦਿੱਤਾ। ਇਹ ਮਾਲਾ ਦੇ ਵਿੱਚ ਮਣਕੇ ਪਰੋਏ ਹੋਏ ਨੇ, ਪਾਉਣ ਦੇ ਵਿੱਚ ਇਹ ਤੱਤ ਪਰੋਏ ਹੋਏ ਨੇ। ਏਕੇ ਸੂਤ ਪਰੋਏ ਮਣੀਏ, ਗੰਠੜੀ ਭਿੰਨ 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 ਤਣੀਏ, ਫਿਰਤੀ ਮਾਲਾ ਬਹੁਬਿਧ ਭਾਏ, ਜਾਂ ਖਿੱਚਿਆ ਸੂਤ ਤਾਂ ਆਈ ਥਾਂ। ਇਹ ਸਵਾਸ ਪਰਮਾਤਮਾ ਦੇ ਰਿਹਾ ਹੈ। ਕਹਿੰਦੇ ਕਿੰਨਾ ਸੋਨੇ ਵਰਗੀ ਦੇਹੀ ਤੁਹਾਨੂੰ ਮਿਲੀ ਹੈ, ਕਿੰਨੀਆਂ ਸੋਹਣੀਆਂ ਅੱਖਾਂ ਨੇ, ਕਿੰਨਾ ਸੋਹਣਾ ਨੱਕ ਹੈ, ਇਹ ਕਿੰਨੇ ਸੋਹਣੇ ਕੇਸ ਨੇ, ਇਹ ਕਿੱਡੀ ਸੋਹਣੀ ਮੂਰਤ ਤਿਆਰ ਕੀਤੀ ਹੋਈ ਹੈ ਉਸਨੇ, ਤੇ ਵਿੱਚ ਜੋਤ ਰੱਖੀ ਹੋਈ ਹੈ, ਉਤੋਂ ਸਵਾਸ ਦੇ ਰਿਹਾ ਹੈ। ਤੇ ਤੁਸੀਂ ਇਹਦੇ ਵਿੱਚ ਬਹਿ ਕੇ ਉਹਦੀ ਉਸਤਤ ਨਹੀਂ ਕਰ ਸਕਦੇ, ਉਹਦਾ ਨਾਮ ਨਹੀਂ ਜਪ ਸਕਦੇ, ਉਹਦੀ ਆਰਾਧਨਾ ਨਹੀਂ ਕਰ ਸਕਦੇ। ਉਹਦੀ ਆਰਾਧਨਾ ਕਰੋ, ਉਹਦਾ ਸਿਮਰਨ ਕਰੋ। ਤੇ ਜੇ ਤੁਸੀਂ ਸਿਮਰਨ ਕਰੋਗੇ ਤੇ ਕੀ ਹੋਏਗਾ? ਸੋਵਨ ਢਾਲਾ ਕ੍ਰਿਸ਼ਨ ਮਾਲਾ, ਜਪੋ ਤੁਸੀਂ ਸਹੇਲਿਓ। ਜਮ ਦੁਆਰ ਨਾ ਹੋਏ ਖੜੀਆਂ, ਸਿੱਖ ਸੁਣੋ ਮਹੇਲਿਓ। ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ, ਤੇ ਸਵਾਸਾਂ ਦੇ ਵਿੱਚ ਜੇ ਤੁਸੀਂ ਉਸ ਪਰਮਾਤਮਾ ਦਾ, ਨਿਰੰਕਾਰ ਦਾ ਸਿਮਰਨ ਕਰੋਗੀਆਂ, ਇਹ ਸੁਰਤੀ ਨੂੰ ਕਹਿੰਦੇ ਨੇ, ਤੇ ਤੁਹਾਨੂੰ ਜਮਾਂ ਦੇ ਦਰ 'ਤੇ ਨਹੀਂ ਜਾਣਾ ਪਏਗਾ। ਜਮ ਦੁਆਰ ਨਾ ਹੋਏ ਖੜੀਆਂ। ਤੁਸੀਂ ਨਾਮ ਜਪੋਗੇ, ਤੁਹਾਡਾ ਪਿਆਰ ਸਵਾਸ ਦੇਣ ਵਾਲੇ ਦੇ ਨਾਲ ਪੈ ਜਾਏਗਾ, ਉਹੀ ਸਾਰੀ ਰਚਨਾ ਕਰਨ ਵਾਲਾ ਹੈ, ਤੇ ਤੁਹਾਨੂੰ ਜਮਾਂ ਦੇ ਦਰ 'ਤੇ ਨਹੀਂ ਜਾਣਾ ਪਏਗਾ। ਇਹ ਮੇਰੀ ਸਿੱਖਿਆ ਹੈ, ਇਹ ਤੁਸੀਂ ਧਿਆਨ ਦੇ ਨਾਲ ਸੁਣੋ। ਜਮ ਦੁਆਰ ਨਾ ਹੋਏ ਖੜੀਆਂ, ਸਿੱਖ ਸੁਣੋ ਮਹੇਲਿਓ। ਕਿੱਡਾ ਸੋਹਣਾ ਤੇ ਇਹ ਤੁਹਾਨੂੰ ਮੌਕਾ ਦਿੱਤਾ, ਤੁਸੀਂ ਇਹਦੇ ਵਿੱਚ ਨਾਮ ਜਪੋ।
ਤੇ ਜੇ ਇਸੇ ਤਰ੍ਹਾਂ ਹੀ ਨਾਮ ਜਪਦੇ ਰਹੋਗੇ ਤੇ ਜੇ ਥੋੜ੍ਹਾ ਬਹੁਤ ਤੁਹਾਡੀਆਂ ਅੱਖਾਂ ਦੇ ਅੱਗੇ ਜਾਲਾ ਲੱਗਾ ਹੋਇਆ ਹੈ, ਇਹ ਕੰਨਾਂ ਦੇ ਉੱਪਰ ਜਾਲ ਕਾਲ ਦਾ ਪਿਆ ਹੋਇਆ ਹੈ, ਇਹ ਰਸਨਾ 'ਤੇ ਪਿਆ ਹੋਇਆ ਹੈ, ਇਹ ਉਤਰ ਜਾਏਗਾ। ਤੁਹਾਡੀ ਜਿਹੜੀ ਸੁਰਤੀ ਹੈ, ਇਹ ਜਿਹੜੀ ਮਾਇਆ ਦੇ ਘਰ ਦੇ ਵਿੱਚ ਹੈ, ਬੰਗਲੇ ਦੀ ਨਿਆਈ ਹੋ ਚੁੱਕੀ ਹੈ। ਵਿਚਾਰ ਤੇ ਫੁਰਨੇ ਚੱਲੀ ਜਾਂਦੇ ਨੇ, ਨਿੰਦਿਆ ਤੇ ਚੁਗਲੀ ਕਰਨ ਦੀ ਆਦੀ ਹੋ ਚੁੱਕੀ ਹੈ। ਸਿਮਰਨ ਕਰੋਗੇ ਇੱਧਰੋਂ ਛੱਡ ਕੇ ਉਹਦੀ ਖੁਰਾਕ ਅੰਮ੍ਰਿਤ ਰਸ ਹੋ ਜਾਏਗੀ, ਰਸ ਆਉਣ ਲੱਗ ਜਾਏਗਾ, ਇਹ ਜਾਲ ਲੱਥ ਜਾਏਗਾ ਅਤੇ ਇਹ ਸੁਰਤੀ ਬੰਗਲੇ ਤੋਂ ਹੰਸ ਬਣ ਜਾਏਗੀ। ਹੰਸ ਹੰਸਾ ਬੱਗ ਬੱਗਾ ਲਹੇ ਮਨ ਕੀ ਜਾਲਾ ਬੰਕੇ ਲੋਇਣ ਦੰਤ ਰਿਸਾਲਾ। ਅਤੇ ਜਦੋਂ ਇਹ ਜਾਲ ਜਿਹੜਾ ਪਿਆ ਹੋਇਆ ਲੱਥ ਗਿਆ ਅਤੇ ਫਿਰ ਤੁਸੀਂ ਇਹਦੇ ਨਾਲੋਂ ਵੀ ਸੋਹਣੇ ਲੱਗਣੇ ਸ਼ੁਰੂ ਹੋ ਜਾਓਗੇ। ਫਿਰ ਤੁਹਾਡੇ ਨੇਤਰ ਵੀ ਸ਼ੋਭਨੀਕ ਹੋ ਜਾਣਗੇ। ਇਹ ਜਿਹੜੇ ਨੇਤਰ ਨੇ, ਇਹਨਾਂ 'ਚ ਜੋ ਜੋਤ ਪ੍ਰਗਟ ਹੋਏਗੀ, ਸੱਚ ਦਰਸ਼ਨ ਕਰੋਗੇ। ਇਹ ਜਿਹੜੇ ਸ਼ਰਵਣ ਨੇ, ਇਹ ਵੀ ਸ਼ੋਭਨੀਕ ਹੋ ਜਾਣਗੇ, ਇਹ ਉਹਦੀ ਆਵਾਜ਼ ਨੂੰ ਸੁਣਨਗੇ। ਇਹ ਰਸਨਾ ਅੰਮ੍ਰਿਤ ਰਸ ਚੱਖੇਗੀ, ਭਾਵ ਕਿ ਇਹ ਜਿਹੜਾ ਸਰੀਰ ਹੈ ਫਿਰ ਉਹਦੇ ਨਾਲੋਂ ਵੀ ਇਹ ਸੋਹਣਾ ਲੱਗਣਾ ਸ਼ੁਰੂ ਹੋ ਜਾਏਗਾ। ਦਰਗਾਹ ਦੇ ਵਿੱਚ ਸੁਰਖਰੂ ਹੋ ਗਏ, ਤੁਹਾਨੂੰ ਥਾਂ ਮਿਲ ਜਾਏਗੀ। ਅਤੇ ਇਹਨਾਂ ਨੂੰ ਫਿਰ ਕਿਹਾ ਹੈ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਇਹ ਸਾਰਾ ਉਪਦੇਸ਼ ਇੱਥੇ ਮਨ ਨੂੰ ਦੇ ਕੇ ਅਤੇ ਨਾਲ ਕਾਇਆ ਦਾ ਭੇਦ ਦੇ ਕੇ ਸਮਝਾਉਣਾ ਕਰਦੇ ਨੇ। ਇਹ ਆਪਾਂ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ। ਇਹ ਕਈ ਦਫਾ ਜੀਵ ਇਸ ਨੂੰ ਕਿਸੇ ਅਵਤਾਰ ਦੇ ਨਾਲ ਜੋੜ ਲੈਂਦੇ ਨੇ, ਜਾਂ ਇਸ ਨੂੰ ਇਸ ਪਰਮਾਤਮਾ ਦੇ ਨਾਲ ਜੋੜਦੇ ਨੇ ਕਿ ਇਸ ਅਵਸਥਾ ਦੇ ਵਿੱਚ ਇਹ ਪਰਮਾਤਮਾ ਦਾ ਐਸਾ, ਇਸਦਾ ਸਰਗੁਣ ਰੂਪ ਦੀ ਉਸੇ ਕੀਤੀ ਹੈ। ਇਹ ਤਾਂ ਹੀ ਸੋਹਣਾ ਲੱਗੇਗਾ ਜੇ ਅੰਦਰ ਨਾਮ ਵਸ ਗਿਆ। ਜੇ ਅੰਦਰੋਂ ਮਨ ਨਾਮ ਦੇ ਨਾਲ ਜੁੜ ਗਿਆ, ਅੱਖਾਂ ਵੀ ਸੋਹਣੀਆਂ ਲੱਗਣਗੀਆਂ, ਇਹ ਕੰਨ ਵੀ ਸੁਹਾਣੇ ਲੱਗਣਗੇ, ਇਹ ਰਸਨਾ ਵੀ ਸੁਹਾਵੀ ਹੋ ਜਾਏਗੀ। ਅਤੇ ਜੇ ਅੰਦਰੋਂ ਸੁਰਤੀ ਹੀ ਨਾਮ ਦੇ ਨਾਲ ਨਾ ਜੁੜੀ ਰਹੀ, ਬਾਹਰੋਂ ਕਿੰਨਾ ਵੀ ਕਹਿੰਦੇ ਸ਼ੁਰੂਆਤ ਇਹਨੂੰ ਸ਼ਿੰਗਾਰ ਲਓ, ਸਰੂਪ ਸਵਾਰ ਲਓਗੇ, ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਜੇ ਨਾਮ ਨਹੀਂ ਜਪੋਗੇ ਤਾਂ ਤੁਹਾਡਾ ਨੱਕ ਐਸਾ ਹੀ ਰਹੇਗਾ ਜਿਸ ਤਰ੍ਹਾਂ ਵੱਢਿਆ ਹੋਇਆ ਹੈ। ਬਿਨ ਨਾਮੈ ਨਕਟੇ ਫਿਰੇ। ਫਿਰ ਤੁਹਾਡਾ ਕੋਈ ਸੋਹਣਾ ਨਹੀਂ, ਤੁਹਾਡਾ ਕੋਈ ਰੂਪ ਜਿਹੜਾ ਹੈ ਉਹ ਸੁੰਦਰ ਨਹੀਂ। ਤਾਂ ਹੀ ਹੈ ਜੇ ਸਵਾਸਾਂ ਦੇ ਚੱਲਦਿਆਂ ਹੋਇਆਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ। ਇਸ ਕਰਕੇ ਆਪਾਂ ਨੂੰ ਹੁਕਮ ਦਿੱਤਾ ਹੈ, ਮੌਕਾ ਹੈ ਆਪਣੇ ਕੋਲ। ਆਪਾਂ ਨੂੰ ਵੀ ਇਹ ਕਾਇਆ ਮਿਲੀ ਹੋਈ ਹੈ ਸਾਰਿਆਂ ਨੂੰ। ਆਪਣੇ ਕੋਲ ਵੀ ਅੱਖਾਂ ਨੇ, ਨੱਕ ਹੈ, ਕੰਨ ਹੈ, ਸਭ ਕੁਝ ਜੇਵਾ ਹੈ। ਅਤੇ ਸਾਨੂੰ ਸਮਝਾ ਰਹੇ ਨੇ ਵੀ ਜੇ ਤੁਸੀਂ ਜਪੋਗੇ ਤਾਂ ਦਰਗਾਹ ਦੇ ਵਿੱਚ ਤੁਹਾਨੂੰ ਥਾਂ ਮਿਲ ਜਾਏਗੀ। ਆਓ ਥੋੜ੍ਹਾ ਆਪਾਂ ਸਿਮਰਨ ਕਰੀਏ, ਫਿਰ ਆਪਾਂ ਸ਼ੁਰੂ ਕਰਦੇ ਹਾਂ ਸਾਰੇ ਮਨ ਦੀ ਕਹਾਣੀ ਨੂੰ। ਇਸ ਕਰਕੇ ਜਿੰਨੇ ਗੁਰਮੁਖ ਬੈਠੇ ਸਾਰਿਆਂ ਨੇ ਸਿਮਰਨ ਕਰਨਾ ਹੈ, ਨੇਤਰ ਬੰਦ ਕਰਕੇ, ਔਰ ਲੋਕ ਲੱਜਿਆ ਨਹੀਂ ਕਰਨੀ, ਉੱਚੀ ਬੋਲ ਕੇ ਅਭਿਆਸ ਕਰਨਾ ਹੈ। ਆਓ ਸਾਰੇ ਜਣੇ ਕਰੋ ਸ਼ੁਰੂ। ਵਾਹਿਗੁਰੂ। ਇਸ ਜਦੋਂ ਗੁਰਮੁਖ ਸਮਝਾਉਂਦੇ ਨੇ ਮਨ ਨੂੰ ਕਿ ਤੈਨੂੰ ਇਹ ਮੌਕਾ ਦਿੱਤਾ ਗਿਆ ਹੈ, ਜਿਸ ਤਰ੍ਹਾਂ 84 ਲੱਖ ਜੂਨ ਵਿੱਚ ਤੂੰ ਆਉਂਦਾ ਸੀ, ਇਸੇ ਤਰ੍ਹਾਂ ਹੀ ਹੁਣ ਇਹ ਮਾਨਸ ਜਨਮ ਤੈਨੂੰ ਮਿਲਿਆ ਹੈ, ਮੌਕਾ ਮਿਲਿਆ, ਅਤੇ ਇਹਦਾ ਲਾਹਾ ਖੱਟੋ। ਹੁਣ ਜਦੋਂ ਇਸ ਤਰ੍ਹਾਂ ਰੋਜ਼ਾਨਾ ਦੀ ਰੋਜ਼ਾਨਾ ਵਾਰ-ਵਾਰ ਸੁਣਦਾ ਹੈ ਮਨ, ਅਤੇ ਫਿਰ ਵਿਚਾਰ ਕਰਦਾ ਗੁਰਮੁਖਾਂ ਦੇ ਨਾਲ ਵੀ ਤੁਹਾਡਾ ਬਚਨ ਤਾਂ ਹੁਣ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਬਿਲਕੁਲ ਸੱਚ ਹੈ, ਵੀ ਅਸੀਂ ਇਸ ਤਰ੍ਹਾਂ ਵਾਰ-ਵਾਰ ਕੱਪੜਾ ਬਦਲ ਰਹੇ ਹਾਂ, ਕਦੇ ਕਿਸੇ ਆਕਾਰ ਵਿੱਚ, ਕਦੇ ਕਿਸੇ ਆਕਾਰ ਵਿੱਚ ਚਲੇ ਜਾਂਦੇ ਹਾਂ। ਪਰ ਹੁਣ ਤੁਸੀਂ ਸਾਨੂੰ ਇਹ ਵੀ ਨਾਲ ਸਮਝਾਓ
कि साडा असल ठिकाना की है। ये तो असीं बदलते रहंदे हाँ, पर साडा मूल की है, असीं कित्थों आए हाँ। ते पुछदे ने कत की माई बाप कत केरा, किदों थावों हम आए। भी साडा असली मूल की है, असीं कित्थों आए हाँ, साडा जन्म कित्थों होया है, साडा माता पिता कौन है। इत्थे तां हुण सानूं पता लग गया कि जिथे असीं विचरदे ये माया का घर है। इत्थे जो भी साडा रिश्ता है सारा झूठा है, ये सारा संजोग पाउण द्वारा है। जदों असीं पाउण दे संपर्क विच आउंदे हां ते साडा इस लोक दे नाल संजोग हुंदा है। इस नूं माया दा लोक कहिंदे ने। ਇਹਦੇ ਵਿੱਚ सारा ही जो देख रहे हैं नाशवान है, मिथ्या है, ये खत्म हो जाने वाला है। ये तो हुण सानूं भेद लग रहा। हुण साडा असली मूल की है, ਇਹਦੇ बारे भी समझाओ। ते ਜਿਹੜੇ गुरमुख मिले हुए ने उन्होंने आपां नूं समझाउणा शुरू किया कि साडा सारिਆਂ ਦਾ माता पिता, साडा मूल एक है, निरंकार, जिथों साडा जन्म होया है। सारिਆਂ ਦਾ वो इलाका है सुन मंडल, जेड़ा पौण पानी बसंतर तो परे है। तै पावस सिंध धूप नहीं शैया, उत्पुत परलो नाही। जेड़ा इस तो परले पासे है, जिथे त्रै गुणां दा खेल नहीं है, जिथे पौण का खेल नहीं है, पौण पानी बसंतर नहीं है, उथे वो समाया होया है। सतगुर तहा समाई ते उस उथे ही साडा जन्म होया है। सारिਆਂ ਦਾ असीं उथों दे रहण वाले हाँ। उस इलाके नूं कहिंदे ने सुन मंडल। ये हुण विचार के गुरमुखां ने दस्या, कहण लगे सतगुर ते पाए विचारा, सुन समाद सच्चे करबारा। नानक निर्मल नाद शब्द धुन, सच रामे नाम समाइंदा। असीं सारे ही जो ही सच दे विचों शब्द प्रगट होया, उथों साडी जोत प्रगट हुई है। उथों ही सानू उन्होंने इत्थे खेलण वास्ते भेजिया होया है। ते खेलण दा साडा समा निश्चित किया होया। असीं हुण इन्ने समय दे दायरे विच रहिंदे होए वापस उत्थे समाउणा है। ते अपने मूल नूं मिलण दा रस्ता है शब्द। जिस शब्द द्वारा तुहानूं भेजिया गया है, उस ही शब्द द्वारा तुसीं उन्हां दी पहचान करके उहदे विच समा सकदे हो।
फिर इस मन नूं वो सारी कहानी सुणाउंदे ने कि असीं सारे इत्थों दे रहण वाले हाँ, आ अपना घर है सुन। सुन दे विचों सानूं इधर भेजिया गया है खेलण वास्ते। साडा माता पिता है निरंकार परमात्मा, अपना मूल सारियां दा एक ही है। हर जी माता हर जी पिता, ते तुसीं उस मूल दी पछाण करनी है। उस वास्ते ये जोत तुहाडे कोल है। अपने मूल दी पछाण करो। ते समझाया मन तू जोत स्वरूप है, अपना मूल पछाण। कि तुसीं मूल दी पछाण करनी अपने दी, जिथों तुसीं पैदा होए हो सारे। लेकिन ये जिहड़ा मन है, ये मन का संपर्क जदों दा पाउण दे नाल होया है तुहाडा, ते तुहाडा ध्यान बदल गया है। तुसीं अपने मूल की पछाण नहीं कीती, उहदे वल ध्यान नहीं कीता, तुहाडा ध्यान माया दे घर दे विच चला गया है। वो तुहाडे नेड़े ही है, तुहाडे कोल ही है। बाहरों तुहानूं श्वास दे रहा है, अंदर तुहानूं बैठा शब्द द्वारा आवाज़ मारदा पिया है। अंतर बाहर है तुहाडे, लेकिन तुसीं अपनी जोत का इस्तेमाल करना भुल गए। तुसीं उहनूं पछाण नहीं कर सके। उसकी है तुहाडे कोल ही है, जिस विचों तुसीं पैदा होए हो, तुहाडे सामने ही है। लेकिन तुसीं उहनूं पछाणदे नहीं, देखदे भी हो, लेकिन तुसीं पछाण नहीं करदे। जिस तरह एक माता जदों बच्चे नूं जन्म दिंदी है, वो वराग करदा ते मुख दे विच दुध दे दिता। बच्चा दुध पी रहा है, माता दे तन वल भी देखदा, देखी जा रहा है। उन्होंने पछाण नहीं कि ये मेरी माँ है, जन्म देने वाली है। उसनों फिर समझाया जाता, दस्या जाता है। इसे तरह जिस विचों असी पैदा होए हाँ, वो अपने सामने है सारिਆਂ ਦੇ। असी देख रहे हाँ, लेकिन पछाण भुल चुके हैं। ते कैसी अवस्था, सतगुर नूं सब को देखदा, जेता जगत संसार, डिठै मुक्त न होवई, जिचर शब्द न करे विचार। हुण देख रहे ने, पछाण नहीं है। ਉਹਦੇ बारे सुनिया जरूर है भी वो रब है, परमात्मा है, ਉਹਦੀ पछाण नहीं की। कान सुने पहचान न तिन स्यों। वो कहते ने जिहदे बारे तुसीं सुनिया है, पर तुहानूं ਉਹਦੀ पहचान नहीं। लिव लागी मोरी पागुन स्यों। मेरी ਉਹਦੇ नाल लिव जुड़ी हुई है, जिहदे बारे तुसीं सुनदे जरूर हो, पर ਉਹਨੂੰ पछाणदे नहीं। इसे तरह आप सुनिया, इन्हें सुनिया जरूर है, ਉਹਦਾ पछाण नहीं आ रही। तुहाडे पछाण की आवे, तुहाडा ध्यान तो दूसरे पासे। देख रहे हो लेकिन सुनते तो है नहीं। जे तुहानूं कोई दसना चाहुंदा है, समझाउणा चाहुंदा है, ਉਹਦੀ गल वल ध्यान नहीं दिंदे। मन की इहो जी हालत बन चुकी है, ये जिहड़ा मन है इसने पछाण नहीं की। ਉਹਦੇ तो पछाण नहीं की अपने मूल की। तो कितना चिर हो गया तैनूं विछड़िया होया नूं, कदों का जन्म होया है। हुण आपां सारिਆਂ ने झाती मार के देखना है, साडा जन्म कदों का होया। जदों तो
ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਸੁੰਨ ਵਿੱਚੋਂ। ਉਦੋਂ ਤੋਂ ਸਾਡਾ ਜਨਮ ਹੋਇਆ ਹੈ ਸਾਰਿਆਂ ਦਾ। ਆਹ ਤੇ ਅੱਗੇ ਆਪਾਂ ਵਿਚਾਰ ਕੀਤੀ ਹੈ ਤਾਂ ਘਰ ਹੈ ਬਦਲਦੇ ਰਹਿੰਦੇ ਹਾਂ। ਕਹੋ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਹੁਣ ਕਿੰਨਾ ਚਿਰ ਹੋ ਗਿਆ, 4 ਯੁੱਗ ਹੋ ਗਏ ਨੇ ਇਹ ਚੌਂਕੜੀ ਦਾ ਖੇਲ ਚੱਲਦਾ, ਤੇ ਖੇਲਦਿਆਂ ਖੇਲਦਿਆਂ ਇਹ ਹੁਣ ਕਲਾ ਦਾ ਯੁੱਗ ਆ ਗਿਆ। ਤੇ ਉਹਦੇ ਸਤਯੁਗ ਦੇ ਵਿੱਚ ਜਦੋਂ ਮਾਤਾ ਪਿਤਾ ਨੇ ਤੁਹਾਨੂੰ ਭੇਜਿਆ ਤੇ ਤੁਸੀਂ ਇਸ ਘਰ ਦੇ ਵਿਹੜੇ ਦੇ ਵਿੱਚ ਹੀ ਖੇਲਦੇ ਸੀ। ਜਿਸ ਤਰ੍ਹਾਂ ਬੱਚਾ ਛੋਟਾ ਹੋਵੇ ਤੇ ਉਹ ਮਾਂ ਪਿਓ ਬਾਹਰ ਜਾਣ ਲੱਗੇ ਦਰਵਾਜ਼ਾ ਬੰਦ ਕਰ ਦਿੰਦੇ ਨੇ ਵੀ ਵਿਹੜੇ ਦੇ ਵਿੱਚ ਹੀ ਰਹੇ। ਉਹਨਾਂ ਨੇ ਇੱਧਰੋਂ ਬੰਦ ਕੀਤਾ ਸੀ, ਤੁਸੀਂ ਘਰ ਦੇ ਵਿੱਚ ਹੀ ਇੱਥੇ ਵਿਹੜੇ ਦੇ ਵਿੱਚ ਖੇਲੀ ਜਾਂਦੇ ਸੀ। ਹੌਲੀ ਹੌਲੀ ਥੋੜ੍ਹੇ ਵੱਡੇ ਹੋ ਗਏ, ਕਰਮ 'ਤੇ ਜਾਣ ਲੱਗੇ। ਕਰਮ ਦੀ ਜਾਣਕਾਰੀ ਹੋਈ, ਦਰਵਾਜ਼ਾ ਖੋਲ੍ਹ ਕੇ ਬਾਹਰ ਚਲੇ ਗਏ। ਬਾਹਰ ਤੁਹਾਡਾ ਨਾਂ ਰੱਖਿਆ ਗਿਆ, ਕੋਈ ਆਪਣੀ ਪਛਾਣ ਹੋ ਗਈ, ਮਾਂ ਪਿਓ ਦਾ ਨਾਂ ਭੁੱਲਦੇ ਗਏ, ਕਰਮ ਨਾਲ ਜੁੜਦੇ ਗਏ। ਹੌਲੀ ਹੌਲੀ ਕਰਮ ਦੇ ਧਿਆਨ ਦੇ ਵਿੱਚ ਇੰਨਾ ਦੂਰ ਚਲੇ ਗਏ ਕਿ ਵਾਪਸ ਹੀ ਨਹੀਂ ਆਏ, ਪਿਛੋਕੜੀ ਭੁੱਲ ਗਏ ਆਪਣਾ। ਤੇ ਅੱਜ ਦੀ ਅਵਸਥਾ ਕੀ ਬਣ ਚੁੱਕੀ ਹੈ? ਉਹ ਆਂਦੇ ਨੇ ਕਲਯੁਗ ਮੇ ਪ੍ਰੇਤ ਜਿਨ ਰਾਮ ਨਾ ਪਛਾਤਾ। ਇਹ ਹੁਣ ਕਲਯੁਗ ਦੇ ਸਮੇਂ ਮਨ ਇੰਨਾ ਦੂਰ ਚਲਾ ਗਿਆ, ਇਸ ਨੇ ਪਹਿਚਾਨ ਨਹੀਂ ਕੀਤੀ। ਕਿਹਦੀ ਪਹਿਚਾਨ ਨਹੀਂ ਕੀਤੀ? ਨਿਰੰਕਾਰ ਦੀ, ਪਰਮਾਤਮਾ ਦੀ, ਸੱਚ ਦੀ, ਜਿਹਦੇ ਵਿੱਚੋਂ ਇਹ ਪੈਦਾ ਹੋਇਆ। ਉਹਦੀ ਪਛਾਣ ਭੁੱਲ ਗਿਆ, ਉਹਦੇ ਨਾਲ ਮਿਲਾਪ ਨਹੀਂ ਕੀਤਾ। ਤੇ ਇਹਨੂੰ ਕੀ ਨਾਂ ਦਿੱਤਾ ਗਿਆ? ਜਿਸ ਹੁਣ ਦੁਨਿਆਵੀ ਤੌਰ 'ਤੇ ਬੱਚਾ ਛੋਟਾ ਹੈ, ਸਾਰੇ ਪਿਆਰ ਕਰਦੇ ਨੇ, ਚੁੱਕਦੇ ਨੇ, ਥੋੜ੍ਹਾ ਜਿਹਾ ਬਾਹਰ ਚਲਾ ਜਾਂਦਾ ਹੈ, ਫਿਰ ਹੌਲੀ ਹੌਲੀ ਇਹੋ ਜਿਹੇ ਥਾਂ 'ਤੇ ਚਲਾ ਜਾਏ ਜਿੱਥੇ ਮਾਂ ਪਿਓ ਦੇ ਉਲਟ ਕੰਮ ਕਰਨਾ ਸ਼ੁਰੂ ਕਰ ਦੇ। ਤੇ ਫਿਰ ਆਲੇ ਦੁਆਲੇ ਲੋਕ ਨੇ ਉਹ ਕਹਿਣਗੇ ਵੀ ਇਹਨੇ ਤਾਂ ਆਪਣੇ ਮਾਤਾ ਪਿਤਾ ਦੇ ਉਲਟ ਜਾ ਰਿਹਾ ਹੈ, ਇਹ ਹੁਕਮ ਦੇ ਵਿੱਚ ਨਹੀਂ ਹੈ। ਤੇ ਉਸ ਨੂੰ ਫਿਰ ਸਮਾਜ ਵੀ ਜਿਹੜਾ ਹੈ ਧਰਕਾਰਦਾ ਹੈ। ਇਸੇ ਤਰ੍ਹਾਂ ਜਿਹੜੇ ਬ੍ਰਹਮ ਦੀ ਭਾਸ਼ਾ ਦੇ ਵਿੱਚ ਗੁਰਮੁਖ ਦੇਖਦੇ ਨੇ ਇਹ ਸੂਖਮ ਦਾ ਖੇਲ। ਕਹਿੰਦੇ ਨੇ ਜੇ ਇੱਥੇ ਨਹੀਂ ਵਸਦਾ, ਜੇ ਤਾਂ ਇੱਥੇ ਵਸਦਾ ਇਹਨੂੰ ਪਰਮਹੰਸ ਕਹਿੰਦੇ ਅਸੀਂ, ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਵਸ ਰਿਹਾ ਸੀ। ਲੇਕਿਨ ਇਹ ਇੱਥੋਂ ਛੱਡ ਕੇ ਤੇ ਚਲਾ ਗਿਆ ਤੇ ਕੀ ਹਾਲਾਤ ਬਣ ਗਏ ਇਸਦੇ? ਇਹ ਪ੍ਰੇਤ ਬਣ ਗਿਆ ਹੈ ਤਾਂ ਪਰਮਾਤਮਾ ਦਾ ਹੀ ਬੱਚਾ, ਲੇਕਿਨ ਪ੍ਰੇਤ ਹੈ ਅਸੀਂ ਨਿਰੰਕਾਰ ਦੇ ਹੀ ਬੱਚੇ ਹਾਂ। ਤੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। 1 2 4 ਨਹੀਂ, ਇਹ ਜਿੰਨੇ ਵੀ ਆਉਂਦੇ ਨੇ ਸਾਰੇ ਹੀ ਆਈਨਾ ਭੁੱਲ ਗਏ ਨੇ, ਆਂਦੇ ਭੂਤ ਪ੍ਰੇਤ ਹੀ ਬਣ ਗਏ ਨੇ ਸਾਰੇ। ਕਿਸੇ ਨੂੰ ਵੀ ਆਪਣੇ ਮੂਲ ਦੀ ਪਛਾਣ ਨਹੀਂ ਹੈ। ਪ੍ਰੇਤ ਇੱਕ ਜੂਨ ਹੈ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਆਹ ਜਿਹੜਾ ਖਾਲੀ ਖਲਾ ਹੈ ਇਹਦੇ ਵਿੱਚ ਸੂਖਮ ਆਕਾਰ ਚੱਲ ਰਹੇ ਨੇ। ਪ੍ਰੇਤ ਇੱਕ ਜੂਨ ਹੈ, ਉਹਨਾਂ ਨੂੰ ਪ੍ਰੇਤ ਦਾ ਨਾਂ ਦਿੱਤਾ ਜਾਂਦਾ ਹੈ, ਭੂਤ ਕਿਹਾ ਜਾਂਦਾ ਹੈ। ਕਰੋੜਾਂ ਦੀ ਗਿਣਤੀ ਦੇ ਵਿੱਚ ਨੇ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਜ। ਉਹ ਪਾਉਣ ਵਿੱਚ ਉਹਨਾਂ ਦੀ ਖੁਰਾਕ ਹੈ ਤੇ ਪਾਉਣ ਵਿੱਚ ਮਿਲ ਕੇ ਚੱਲਦੇ ਨੇ। ਇਹ ਧਰਤੀ ਤੱਕ ਤਾਂ ਆਉਂਦੇ ਨੇ ਕਿਉਂਕਿ ਇਹ ਜਿੱਥੋਂ ਤੱਕ ਪਾਉਣ ਦਾ ਸੰਪਰਕ ਹੈ ਇੱਥੋਂ ਤੱਕ ਉਹ ਚੱਲਦੇ ਰਹਿੰਦੇ ਨੇ। ਇੱਕ ਪ੍ਰੇਤ ਬਣ ਗਿਆ ਉਹ ਜਿਹੜਾ ਪ੍ਰੇਤ ਹੈ ਉਹਦੇ ਕੋਲ ਤਾਂ ਸਰੀਰ ਨਹੀਂ ਹੈ, ਆਕਾਰ ਨਹੀਂ ਹੈ, ਇਕੱਲੀ ਜੋਤ ਹੀ ਹੈ। ਇਹ ਜਿਹੜਾ ਮਨ ਪ੍ਰੇਤ ਬਣ ਗਿਆ ਇਹਦੇ ਕੋਲ ਸਰੀਰ ਵੀ ਹੈ। ਇਹ ਜਿਹੜਾ ਪ੍ਰੇਤ ਹੈ ਉਹਦੇ ਨਾਲੋਂ ਜ਼ਿਆਦਾ ਤਾਕਤਵਰ ਹੈ।
ਇਹ ਉਹਦੇ ਨਾਲੋਂ ਜ਼ਿਆਦਾ ਭੈੜਾ ਹੈ, ਜ਼ਿਆਦਾ ਖਤਰਨਾਕ ਹੈ। ਤੇ ਖਤਰਨਾਕ ਦੇ ਕੋਲ ਤਾਂ ਸ਼ਰੀਫ ਬੰਦਾ ਉਹ ਹੀ ਨਹੀਂ ਆਉਂਦਾ। ਜਿੱਦਾਂ ਅੱਜ ਕੱਲ੍ਹ ਨਾ ਕਈ ਭਰਮ ਕਰਦੇ ਨੇ ਸਾਨੂੰ ਭੂਤ ਚਿੰਬੜ ਗਿਆ, ਪ੍ਰੇਤ ਚਿੰਬੜ ਗਿਆ। ਹੁਣ ਤੁਸੀਂ ਆਪ ਸੋਚ ਕੇ ਦੱਸਿਆ ਜੇ, ਆਹ ਨਾਮ ਨਹੀਂ ਜਪਿਆ ਇਸਨੇ, ਪਰਮਾਤਮਾ ਦੀ ਪਛਾਣ ਨਹੀਂ ਕੀਤੀ, ਤੇ ਇਹ ਕੌਣ ਹੈ? ਇਹਨੂੰ ਕਹਿੰਦੇ ਨੇ ਕਲਯੁਗ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਇਹ ਪ੍ਰੇਤ ਹੈ। ਇਹਦੇ ਕੋਲ ਤਾਂ ਸਰੀਰ ਵੀ ਹੈ, ਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਹਦੇ ਕੋਲ ਆਕਾਰ ਵੀ ਹੈ ਤੇ ਦੂਸਰੇ ਦੇ ਕੋਲ ਤਾਂ ਆਕਾਰ ਨਹੀਂ। ਇਹ ਉਹਦੇ ਨਾਲੋਂ ਭੈੜਾ ਹੈ। ਤੇ ਮਹਾਰੇ ਕਹਿੰਦੇ ਨੇ ਚਿਰੰਕਾਲ ਪਾਈ ਦੁਰਲਭ ਦੇ, ਨਾਮ ਬਿਹੋਣ ਹੋਈ ਖੇ। ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸ ਨਾ ਬੁਝੇ ਜਿਨ ਇਹ ਸ੍ਰੀ। ਇਹਦੀ ਸਿਰਜਣਾ ਕਰਨ ਵਾਲੇ ਨੂੰ ਇਹਨੇ ਨਹੀਂ ਬੁਝਿਆ। ਇਹ ਤਾਂ ਪ੍ਰੇਤਾਂ ਨਾਲੋਂ ਭੈੜਾ ਹੈ। ਤੇ ਭੈੜੇ ਬੰਦੇ ਦੇ ਲਾਗੇ ਕੋਈ ਸ਼ਰੀਫ ਕੋਈ ਆਏਗਾ? ਹਾਂਜੀ, ਤੁਸੀਂ ਆਪ ਦੱਸੋ। ਇਹ ਹੁਣ ਕਵੇ ਕਿ ਮੈਨੂੰ ਤਾਂ ਭੂਤ ਚਿੰਬੜ ਗਿਆ, ਮੈਨੂੰ ਪ੍ਰੇਤ ਚਿੰਬੜ ਗਿਆ। ਪ੍ਰੇਤ ਤਾਂ ਇਹਦੇ ਤੋਂ ਡਰਦਾ ਹੈ, ਇਹਦੇ ਤਾਂ ਨੇੜੇ ਹੀ ਨਹੀਂ ਆਉਂਦਾ, ਉਹ ਡਰਦਾ। ਇਹਦੇ ਤੋਂ ਤਾਂ ਦੂਰ ਭੱਜਦਾ ਹੈ। ਜਦੋਂ ਇਹ ਦ੍ਰਿਸ਼ਟੀ ਅੱਖਾਂ ਖੋਲ੍ਹਦਾ ਤੇ ਉਹ ਭੱਜ ਜਾਂਦਾ ਹੈ ਦੂਰ। ਇਹਦੇ ਤਾਂ ਨੇੜੇ ਹੀ ਨਹੀਂ ਆਉਂਦਾ, ਇਹਦੀ ਦ੍ਰਿਸ਼ਟੀ ਦੇ ਸਾਹਮਣੇ ਠਹਿਰਦਾ ਹੀ ਨਹੀਂ ਉਹ। ਇਸ ਕਰਕੇ ਕਈ ਦਫਾ ਜੀਵ ਐਸਾ ਭਰਮ ਦੇ ਵਿੱਚ ਚਲੇ ਜਾਂਦੇ ਨੇ ਕਿ ਸਾਨੂੰ ਕੋਈ ਬਾਹਰੋਂ ਭੂਤ ਚਿੰਬੜ ਗਿਆ, ਬਾਹਰੋਂ ਪ੍ਰੇਤ। ਉਹ ਬਾਹਰੋਂ ਨਹੀਂ ਚਿੰਬੜਦਾ, ਉਹਦਾ ਮਨ ਹੀ ਪ੍ਰੇਤ ਬਣਿਆ ਹੋਇਆ ਹੈ। ਉਹਦੇ ਵਿਚਾਰ ਇੰਨੇ ਜ਼ਿਆਦਾ ਵੱਧ ਜਾਂਦੇ ਨੇ, ਫੁਰਨੇ ਇੰਨੇ ਵੱਧ ਜਾਂਦੇ ਨੇ, ਉਹਦੇ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ। ਤੇ ਜਦੋਂ ਉਹਦਾ ਸੰਤੁਲਨ ਵਿਗੜ ਗਿਆ, ਉਹ ਅੰਦਰ ਹੀ ਅੰਦਰ ਦੁਖੀ ਹੋਈ ਜਾਂਦਾ ਹੈ। ਤਾਂ ਮਾਰੇ ਕਹਿੰਦੇ ਨੇ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ। ਹੁਣ ਇੱਥੇ ਕੀ ਹੁੰਦਾ ਹੈ? ਇਹ ਆਪ ਹੀ ਦੁਖੀ ਹੋਈ ਜਾ ਰਿਹਾ ਹੈ। ਇਹਦਾ ਮਨ ਦੁਖੀ ਹੋਈ ਜਾ ਰਿਹਾ, ਅੰਦਰ ਵਿਚਾਰ ਵੱਧ ਗਏ। ਕਿਉਂਕਿ ਜੋ ਇਹ ਦੇਖਦਾ, ਸੋਚੀ ਜਾਂਦਾ, ਅੰਦਰ ਵਿਚਾਰ ਲਈ ਜਾਂਦਾ। ਮਨ ਦਾ ਸੰਤੁਲਨ ਵਿਗੜ ਗਿਆ, ਅੰਦਰਲੇ ਤੱਤਾਂ ਦਾ ਸੰਤੁਲਨ ਵਿਗੜ ਗਿਆ। ਇਹ ਸਰੀਰ ਵੈਸੇ ਹੀ ਦੁਖਣ ਲੱਗ ਜਾਂਦਾ ਹੈ, ਵੈਸੇ ਹੀ ਪਰੇਸ਼ਾਨ ਹੋ ਜਾਂਦਾ ਹੈ। ਇਹ ਸਮਝੇਗਾ ਕਿ ਮੈਨੂੰ ਕੋਈ ਚਿੰਬੜ ਗਿਆ। ਜਿਸ ਤਰ੍ਹਾਂ ਨਾ ਕੋਈ ਕਿਤੇ ਵਿਚਾਰ ਕਰਨ ਗਏ ਗੁਰਮੁਖਾਂ ਦੇ ਨਾਲ ਤੇ ਕਥਾ ਹੋ ਰਹੀ, ਤਾਂ ਉੱਥੇ ਇਹੀ ਵਚਨ ਚੱਲ ਰਿਹਾ ਕਿ ਕੋਈ ਭੂਤ ਪ੍ਰੇਤ ਕਿਸੇ ਦੇ ਵਿੱਚ ਨਹੀਂ ਆ ਸਕਦਾ। ਤੇ ਵਿਚਾਰ ਕਰਕੇ ਬੈਠੇ ਤੇ ਇੱਕ ਬੀਬੀ ਨੂੰ ਲੈ ਕੇ ਆਏ ਕੁਝ ਗੁਰਮੁਖ। ਉਹਦੇ ਐਸਾ ਕੇਸ ਖੁੱਲ੍ਹੇ ਹੋਏ, ਬਾਹਾਂ ਬੰਨੀਆਂ ਹੋਈਆਂ। ਤੇ ਉਹ ਲਿਆ ਕੇ ਬਿਠਾਇਆ ਤੇ ਕਹਿੰਦੇ ਜੀ ਇਹਦੇ 'ਚ ਦੇਖੋ ਕੀ ਆਉਂਦਾ ਹੈ। ਵੀ ਦੇਖਿਆ? ਆਉਂਦੇ ਵੀ ਦੇਖਿਆ। ਆਉਂਦੇ ਧਿਆਨ ਨਾਲ ਦੇਖੋ। ਆਉਂਦੇ ਵੀ ਦੇਖ ਤਾਂ ਲਿਆ, ਪਹਿਲਾਂ ਇਹਦੀਆਂ ਬਾਹਾਂ ਖੋਲ੍ਹੋ, ਜੂੜਾ ਕਰੋ ਸਿਰ 'ਤੇ, ਉਹਦੇ ਚੁੰਨੀ ਰੱਖੀ। ਆਉਂਦੇ ਵੀ ਇਹਦੇ ਵਿੱਚ ਕੋਈ ਛੈ ਹੈ। ਤੇ ਉਹਨਾਂ ਨੂੰ ਸਮਝਾਇਆ ਵੀ ਨਹੀਂ, ਇਹਦੇ ਵਿੱਚ ਕੁਝ ਨਹੀਂ ਆਉਂਦਾ। ਉਹ ਮੰਨਣ ਨਾ ਵੀ ਤੁਸੀਂ ਕਹਿੰਦੇ ਹੋ ਕੁਝ ਆਉਂਦਾ ਨਹੀਂ। ਇਹ ਵੇਖੋ ਕਿਸ ਤਰ੍ਹਾਂ ਅਸੀਂ ਇਹਨੂੰ ਕਿਤੇ ਲੈ ਕੇ ਗਏ ਬਾਬੇ ਦੇ, ਉੱਥੇ ਨੇ ਇਸ ਤਰ੍ਹਾਂ ਦੱਸਿਆ ਕਿ ਮੇਰੇ 'ਚ ਆਉਂਦਾ। ਉਹ ਫਿਰ ਉਹਨੂੰ ਬੇਟੀ ਨੂੰ ਪੁੱਛਿਆ ਵੀ ਤੁਸੀਂ ਆਪ ਦੱਸੋ ਕੀ ਗੱਲ ਹੈ। ਤੇ ਉਹ ਦੱਸਣ ਲੱਗੀ, ਕਹਿੰਦੇ ਵੀ ਮੈਂ ਨਾ ਮੇਰਾ ਪੇਕਾ ਪਰਿਵਾਰ ਜਿਹੜਾ ਨਾ ਉਹ ਬੜਾ ਗਰੀਬ ਆ। ਤੇ ਮੇਰੇ ਭਰਾਵਾਂ ਨੇ ਮੇਰਾ ਵਿਆਹ ਕੀਤਾ ਤੇ ਮੈਨੂੰ ਕਹਿਣ ਲੱਗੇ ਵੀ ਜੋ ਤੈਨੂੰ ਹੁਣ ਅਸੀਂ ਦੇ ਦਿੱਤਾ ਸੋ ਸਾਡੇ ਕੋਲ ਸੀ, ਇਹ ਤੋਂ ਵੱਧ ਹੁਣ ਅਸੀਂ ਕੁਝ ਨਹੀਂ ਕਰ ਸਕਦੇ।
ਤੇ ਤੂੰ ਉੱਥੇ ਹਰ ਇੱਕ ਹੁਕਮ ਮੰਨਣਾ ਤੇ ਤੇਰਾ ਲਾਮਾ ਨਹੀਂ ਆਉਣਾ ਚਾਹੀਦਾ ਕੋਈ। ਵੀ ਨਾ ਹੋਵੇ ਵੀ ਉੱਥੇ ਕੋਈ ਗੱਲਬਾਤ ਹੋ ਜਾਏ ਤੇ ਅਸੀਂ ਮਗਰੋਂ ਨਜਿੱਠ ਨਹੀਂ ਸਕਦੇ। ਉਹਨੇ ਉਹਨਾਂ ਦੀ ਗੱਲ ਪੱਲੇ ਬੰਨ੍ਹ ਲਈ। ਉਹ ਆ ਗਈ ਅਗਲੇ ਘਰ, ਨਵੇਂ ਘਰ। ਤੇ ਹੁਣ ਇੱਥੇ ਜੋ ਨਵਾਂ ਆਉਂਦਾ ਬੱਚਾ ਕਿਹੜੀ ਸੁਭਾਅ ਨਹੀਂ ਮਿਲਦਾ। ਉੱਥੇ ਸੁਭਾਅ ਵੱਖਰਾ ਸੀ। ਉਹਨੇ ਚੁੱਪ ਰਹਿਣਾ ਵਿਚਾਰੀ ਨੇ। ਜਿਹੜਾ ਉਹਨੂੰ ਕੰਮ ਕਹਿਣਾ ਉਹ ਆਂਦੀ ਮੈਨੂੰ ਮੈਂ ਕਰੀ ਜਾਣਾ। ਜੇ ਮੈਨੂੰ ਕਹਿਣਾ ਪੱਠੇ ਕੁਤਰ ਦੇ ਮੈਂ ਪੱਠੇ ਕੁਤਰ ਦੇਣੇ। ਜੇ ਉਹਨੇ ਕਹਿਣਾ ਡੰਗਰਾਂ ਨੂੰ ਪਾ ਦੇ ਮੈਂ ਡੰਗਰਾਂ ਨੂੰ ਪਾ ਦੇਣੇ। ਝਾੜੂ ਕਰ ਦੇਣਾ, ਗੋਹਾ ਸੁੱਟਦਾ, ਜੋ ਵੀ ਮੈਨੂੰ ਉਹਨਾਂ ਨੇ ਕਹਿਣਾ ਮੈਂ 7 ਵਚਨ ਕਰਕੇ ਤੇ ਸਾਰਾ ਦਿਨ ਲੱਗੀ ਰਹਿਣਾ। ਵੀ ਮੈਂ ਜੇ ਉਹਨਾਂ ਨੂੰ ਕੁਝ ਬੋਲਣਾ ਹੀ ਨਾ, ਕੋਈ ਜਵਾਬ ਹੀ ਨਾ ਦੇਣਾ, ਹਾਂ ਨਾ ਦਾ ਕੁਝ ਵੀ। ਆਂਦੇ ਇਸ ਤਰ੍ਹਾਂ ਇੱਕ ਦਿਨ ਮੈਂ ਬਾਹਰ ਕੰਮ ਕਰਦੀ ਤੇ ਕੋਈ ਗੁਆਂਢਣ ਆਈ ਤੇ ਉਹ ਮੇਰੀ ਸੱਸ ਨਾਲ ਗੱਲਾਂ ਕਰੇ ਵੀ ਇਹ ਤੁਹਾਡੀ ਨਹੁੰ ਤਾਂ ਕੁਝ ਬੋਲਦੀ ਨਹੀਂ, ਇਹ ਤਾਂ ਚੁੱਪ ਹੀ ਰਹਿੰਦੀ ਆ, ਇਹਨੂੰ ਕਿਤੇ ਕੁਝ ਹੋਇਆ ਤਾਂ ਨਹੀਂ, ਕਿਤੇ ਕੁਝ ਇਹਨੂੰ ਕੋਈ ਚੰਬੜਿਆ ਤਾਂ ਨਹੀਂ। ਆਂਦੀ ਮੈਂ ਸੁਣ ਲਿਆ। ਤੇ ਮੈਂ ਕਿਹਾ ਵੀ ਇਹ ਹੋਰ ਪਾਸੇ ਗੱਲ ਲੈ ਚੱਲੇ। ਫਿਰ ਕਹਿੰਦੇ ਜਦੋਂ ਉਹਨਾਂ ਨੇ ਕੋਈ ਮੈਨੂੰ ਗੱਲ ਕਹਿਣੀ ਤਾਂ ਮੈਂ ਅੱਗੋਂ ਮਾੜਾ ਮੋਟਾ ਜਵਾਬ ਦੇ ਦਿਆ ਕਰਨਾ ਵੀ ਨਹੀਂ ਮੇਰੇ ਤੋਂ ਨਹੀਂ ਹੁੰਦਾ, ਤੁਸੀਂ ਕਰ ਲਓ, ਤੁਸੀਂ ਕਰ ਲਓ। ਤੇ ਆਂਦੇ ਉਹਨਾਂ ਨੇ ਕਿਹਾ ਵੀ ਵਾਕਿਆ ਹੀ ਇਹਦੇ 'ਚ ਹੁਣ ਕੋਈ ਭੂਤ ਆ ਗਿਆ। ਅੱਗੇ ਤਾਂ ਬੋਲਦੀ ਨਹੀਂ ਸੀ ਤੇ ਹੁਣ ਇਹ ਅੱਗੇ ਸਾਡੇ ਬੋਲਣ ਲੱਗ ਗਈ, ਜਵਾਬ ਦੇਣ ਲੱਗ ਗਈ। ਆਂਦੇ ਮੈਨੂੰ ਇਹਨਾਂ ਨੇ ਫੜਿਆ ਤੇ ਕਿਸੇ ਦੇ ਕੋਲ ਲੈ ਗਏ, ਬਾਬੇ ਦੇ ਕੋਲ। ਤੇ ਉਹਨੇ ਮੈਨੂੰ ਪੁੱਛਿਆ ਨਹੀਂ, ਗਿੱਛਿਆ ਨਹੀਂ। ਤੇ ਮੇਰੇ ਜਾਂਦੇ ਹੀ 5-7 ਮੇਰੇ ਉਹਨੇ ਰੱਖ ਦਿੱਤੇ ਚਿਮਟੇ। ਤੇ ਬਾਅਦ ਮੈਨੂੰ ਪੁੱਛਿਆ ਵੀ ਤੇਰਾ ਨਾਂ ਕੀ ਹੈ ਦੱਸ। ਕਹਿੰਦੀ ਮੈਂ ਆਪ ਦਾ ਨਾਂ ਦੱਸ ਦਿੱਤਾ। ਉਹਦੀ ਉਹ ਬਾਬੇ ਨੂੰ ਤਾਂ ਪਤਾ ਨਹੀਂ ਸੀ ਕਿ ਮੇਰਾ ਨਾਂ ਆ ਵਾ, ਇਹਨਾਂ ਨੂੰ ਤਾਂ ਪਤਾ ਸੀ। ਉਹ ਕਹਿਣ ਲੱਗਾ ਵੀ ਨਹੀਂ ਤੇਰੇ ਵਿੱਚ ਕੁਝ ਆਉਂਦਾ, ਤੂੰ ਆਪਣਾ ਅਸਲੀ ਨਾਂ ਦੱਸ। ਕਹਿੰਦਾ ਮੈਂ ਡਰ ਗਈ ਤੇ ਮੈਂ ਨਾ ਇਹ ਸਾਡੇ ਗੁਆਂਢ ਕੋਈ ਜਨਾਨੀ ਮਰੀ ਸੀ ਪਿੰਡ, ਮੈਂ ਉਹਦਾ ਨਾਂ ਲੈ ਤਾ। ਤੇ ਬਾਬੇ ਨੇ ਕਿਹਾ ਵੀ ਇੱਥੇ ਲਕੀਰਾਂ ਕੱਢ ਕੇ ਤੇ ਮੈਂ 5-7 ਲਕੀਰਾਂ ਕੱਢ ਦਿੱਤੀਆਂ। ਪਰ ਵੀ ਮੇਰੇ ਵਿੱਚ ਕੁਝ ਵੜਿਆ ਨਹੀਂ ਹੈਗਾ, ਇਹ ਸਾਰਾ ਟੱਬਰ ਹੀ ਮੈਨੂੰ ਚਿੰਬੜਿਆ ਹੋਇਆ, ਇਹ ਹੀ ਦੁਖੀ ਕਰੀ ਜਾਂਦਾ ਮੈਨੂੰ ਵੀ ਮੇਰੀ ਗੱਲ ਤੇ ਕੋਈ ਮੰਨਦਾ ਨਹੀਂ। ਜੇ ਮੈਂ ਕੋਈ ਗੱਲ ਕਰ ਲੱਗਦੀ ਹਾਂ ਅੱਗੋਂ ਲੜ ਪੈਂਦੇ ਆ, ਮੈਨੂੰ ਸਾਰੇ ਕਹੀ ਜਾਂਦੇ ਵੀ ਮੈਨੂੰ ਕੋਈ ਚਿੰਬੜਿਆ ਨਹੀਂ ਆ। ਇਹ ਸਾਰੇ ਹੀ ਮੈਨੂੰ ਮੇਰੇ ਵਿਚਾਰ ਨਹੀਂ ਰਲਦੇ ਇਹਨਾਂ ਦੇ ਨਾਲ। ਸੋ ਇਹ ਖੇਲ ਹੈ ਸੰਸਾਰ ਦੇ ਵਿੱਚ, ਘਰਾਂ ਦੇ ਵਿੱਚ ਇਸ ਤਰ੍ਹਾਂ ਅੱਜ ਕੱਲ੍ਹ ਹੁੰਦਾ। ਜਦੋਂ ਸਾਡੇ ਵਿਚਾਰ ਨਹੀਂ ਰਲਦੇ, ਵਿਚਾਰਾਂ ਦਾ ਟਕਰਾਅ ਹੁੰਦਾ, ਕੋਈ ਜੀਵ ਜਿਹੜਾ ਹੁੰਦਾ ਸੈਂਸਿਟਿਵ ਮਾਈਂਡ ਹੁੰਦਾ, ਉਹ ਅੰਦਰ ਵਿਚਾਰ ਲੈ ਜਾਂਦਾ, ਉਹਦੇ ਵਿਚਾਰ ਹੀ ਅੰਦਰ ਬਣੀ ਜਾਂਦੇ ਆ ਅਤੇ ਉਹ ਵਿਚਾਰ ਹੀ ਜ਼ਿਆਦਾ ਬਣ ਜਾਂਦੇ ਆ। ਉਹਨੂੰ ਡਿਪਰੈਸ਼ਨ ਹੋ ਜਾਂਦਾ ਅਤੇ ਦੁਖੀ ਹੋਣ ਲੱਗ ਜਾਂਦਾ। ਆਮ ਜੀਵ ਜਦੋਂ ਦੁਖੀ ਹੁੰਦਾ ਤਾਂ ਉਹ ਸਿਆਣਿਆਂ ਦੇ ਕੋਲ ਜਾਂਦੇ ਆ। ਅਤੇ ਘਰਾਂ ਦੇ ਵਿੱਚ ਸਹਿਜ ਸੁਭਾਅ ਆਰਥਿਕ ਤੌਰ 'ਤੇ ਮੰਦਹਾਲੀ ਹੁੰਦੀ ਆ, ਕਈ ਤਰ੍ਹਾਂ ਦੇ ਨਾਲ ਕਲੇਸ਼ ਹੁੰਦਾ, ਝਗੜਾ ਹੁੰਦਾ। ਉਹ ਕਹਿੰਦੇ ਨੇ ਤੁਹਾਨੂੰ ਕੋਈ ਪੀਰ ਚੰਬੜਿਆ ਹੋਇਆ, ਕੋਈ ਬਾਬਾ ਆਇਆ ਹੋਇਆ ਤੁਹਾਡੇ ਘਰ। ਅਤੇ ਐਸਾ ਬਹੁਤ ਸਾਰਾ ਭਰਮ ਜਿਹੜਾ ਆ ਉਹ ਪੈ ਰਿਹਾ ਵਾ ਜੀਵਾਂ ਦੇ ਵਿੱਚ। ਇਸ ਕਰਕੇ ਇਹ ਵੀ ਨਾਲ ਨਾਲ ਤੁਸੀਂ ਜੀਵਾਂ ਨੂੰ ਸਮਝਾਉਣਾ ਆ ਵੀ ਕੋਈ ਵੀ ਇੱਕ ਜਿਹੜੀ ਜੋਤ ਹੈ ਦੂਸਰੀ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਏਕਾ ਜੋਤ ਵਰਤੇ ਸਭ ਭਿੰਨ ਭਿੰਨ, ਜੋਤ ਨਾ ਰਲੇ ਕਿਸੇ ਦੀ ਰਲਾਈਆ। ਇੱਕ ਜੋਤ ਦੂਜੀ ਜੋਤ ਦੇ ਵਿੱਚ ਜਿੰਨੀ ਦੇਰ ਤੱਕ ਕਹਿ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਭਰਮ ਹੈ। ਅਤੇ ਜਿਹੜੇ ਅਨਾੜੀ ਸੰਤ ਨੇ ਹੋਰ ਭਰਮਾਂ ਦੇ ਵਿੱਚ ਪਾ ਦਿੰਦੇ ਨੇ। ਜਿਸ ਤਰ੍ਹਾਂ ਘਰ ਦੇ ਵਿੱਚ ਕਲੇਸ਼ ਰਹਿੰਦਾ, ਹੁਣ ਪ੍ਰੇਤ ਬਣ ਗਿਆ ਮਨ, ਅਤੇ ਇਹਦਾ ਮਨ ਪ੍ਰੇਤ ਹੈ ਅਤੇ ਕਲੇਸ਼ ਤਾਂ ਰਹੇਗਾ, ਇਹਦਾ ਮਨ ਦੁਖੀ ਰਹੇਗਾ, ਟਿਕੇਗਾ ਹੀ ਨਹੀਂ। ਜਿੰਨੇ ਮਰਜ਼ੀ ਸਾਧਨ ਕਰੀ ਜਾਵੇ ਇਹਦੇ ਮਨ ਨੂੰ ਸੁੱਖ ਨਹੀਂ ਆ ਸਕਦਾ, ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਕਿਉਂਕਿ ਜਿਹੜਾ ਮਨ ਹੈ ਜਦੋਂ ਪ੍ਰੇਤ ਬਣ ਜਾਂਦਾ, ਇਹਦਾ ਇਸ ਮਾਇਆ ਦੇ ਨਾਲ ਪ੍ਰੇਮ ਪੈ ਜਾਂਦਾ। ਅਤੇ ਗੁਰਬਾਣੀ ਵਿੱਚ ਕਹਿੰਦੇ ਨੇ ਮਾਇਆ ਮੋਹ ਪ੍ਰੇਤ ਹੈ। ਮਾਇਆ ਜਿਹੜੇ ਸੂਖਮ ਵਿਚਾਰ ਚੱਲਦੇ ਆ, ਫੁਰਨੇ ਚੱਲਦੇ ਆ ਆਪਣੇ ਅੰਦਰ, ਇਹ ਫੁਰਨਿਆਂ ਦੇ ਨਾਲ ਇਸ ਜੋਤ ਦਾ, ਇਸ ਮਨ ਦਾ ਪਿਆਰ ਪੈ ਗਿਆ। ਉਹ ਫੁਰਨਿਆਂ ਅਤੇ ਵਿਚਾਰਾਂ ਅਤੇ ਸੈਂਸੇ ਚਿੰਤਾਵਾਂ ਦੇ ਵਿੱਚ ਇਹ ਦੌੜਦਾ ਅਤੇ ਭੱਜਦਾ ਰਹਿੰਦਾ।
ਉਸ ਨੂੰ ਗੁਰਬਾਣੀ 'ਚ ਕਹਿੰਦੇ ਨੇ ਧਾਤ ਦਾ ਰਸਤਾ। ਉਹ ਜਿਹੜਾ ਮਨ ਵਿਚਾਰਾਂ ਤੇ ਫੁਰਨਿਆਂ ਵਿੱਚ ਚੱਲ ਪਿਆ, ਉਹ ਧਾਤ ਦੇ ਰਸਤੇ ਤੇ ਚੱਲ ਪਿਆ। ਤੇ ਜਿਹੜਾ ਧਾਤ ਦੇ ਰਸਤੇ ਚੱਲ ਗਿਆ, ਉਹਨੂੰ ਫਿਰ ਜਮ ਦੁਖੀ ਕਰਨ ਲੱਗ ਜਾਂਦੇ ਆ। ਤੇ ਦੁਖੀ ਕਿਵੇਂ ਕਰਦੇ ਆ? ਮਰ ਕਹਿੰਦੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨ ਮੁਖ, ਇਹਦਾ ਮੁਖ ਹੁਣ ਮਾਇਆ ਵਾਲੇ ਪਾਸੇ, ਇਹਨੂੰ ਮਨਮੁਖ ਕਹਿ ਦਿੱਤਾ। ਮਨ ਮੁਖ ਜਮ ਮਗ ਪਾਇਨ, ਇਹਨਾਂ ਨੂੰ ਜਮਾਂ ਨੇ ਆਪਣੇ ਨਾਲ ਤੋਰ ਲਿਆ। ਕਾਮ ਕ੍ਰੋਧ ਤੇ ਹੰਕਾਰ ਨੇ, ਜਿਨ੍ਹਾਂ ਦੂਜਾ ਪਾਓ ਪਿਆਰਾ, ਜੰਮਪੁਰ ਬਦੇ ਮਾਰੀਏ। ਹੁਣ ਇਹਨੂੰ ਜਮਾਂ ਦੇ ਮਾਰਗ ਤੇ ਤੋਰ ਕੇ ਦੁਖੀ ਕਰਦੇ। ਦੁਖੀ ਕਿਵੇਂ ਕਰਦੇ ਨੇ? ਇਹਦੇ ਅੰਦਰ ਕੋਈ ਤ੍ਰਿਸ਼ਨਾ ਪੈਦਾ ਕਰ ਦਿੱਤੀ, ਕੋਈ ਲਹਿਰ ਪੈਦਾ ਕਰ ਦਿੱਤੀ। ਉਹ ਚੀਜ਼ ਇਹਨੂੰ ਮਿਲ ਨਹੀਂ ਸਕਦੀ, ਇਹ ਉਹਦੀ ਪ੍ਰਾਪਤੀ ਵਾਸਤੇ ਦੁਖੀ ਹੋਈ ਜਾਂਦਾ। ਇਹਦੇ ਅੰਦਰ ਕੋਈ ਲਹਿਰ ਪੈਦਾ ਹੋ ਗਈ, ਇਸ ਨੇ ਕੋਈ ਦੇਖ ਲਿਆ, ਇਹ ਕਹੇ ਵੀ ਇਹ ਚੀਜ਼ ਮੈਨੂੰ ਮਿਲਣੀ ਚਾਹੀਦੀ, ਇਹਨੂੰ ਮਿਲ ਨਹੀਂ ਸਕਦੀ, ਇਹ ਦੁਖੀ ਹੋ ਰਿਹਾ। ਸੈਂਸਿਆਂ ਵਿੱਚ ਚਿੰਤਾ ਪੈ ਗਈ, ਫਿਕਰ ਪੈ ਗਏ, ਤ੍ਰਿਸ਼ਨਾ ਦੀ ਲਹਿਰ ਆ ਗਈ, ਇਹ ਦੁਖੀ ਹੋਣ ਲੱਗ ਪਿਆ। ਇਹਨੂੰ ਮਾਰੇ ਫਿਰ ਬਾਣੀ 'ਚ ਕਹਿੰਦੇ ਦੂਜੇ ਪਾਏ ਦੁੱਖ ਹੋਏ। ਇਹ ਹੁਣ ਇਹਨੂੰ ਕੋਈ ਮਾਰਦਾ ਕੁੱਟਦਾ ਥੋੜ੍ਹੀ ਆ। ਇਹ ਸਵੇਰੇ ਜਦੋਂ ਉੱਠਦਾ ਵਾ, ਇਹਨੂੰ ਤੁਸੀਂ ਕਿਤੇ ਆਵਾਜ਼ ਹੀ ਮਾਰ ਲਓ ਵੀ ਪਾਣੀ ਦਾ ਗਲਾਸ ਫੜਾ, ਇਹ ਐਂ ਬੋਲੇਗਾ ਕਿ ਜਿਸ ਤਰ੍ਹਾਂ ਪਤਾ ਨਹੀਂ ਅੰਦਰ ਕੀ ਇਹਦੇ ਫਿੱਟ ਕੀਤਾ ਹੋਇਆ। ਅੰਦਰੋਂ ਦੁਖੀ ਕਰੀ ਜਾਂਦੇ ਇਸ ਨੂੰ। ਪੰਜ ਚੋਰ ਜਿਹੜੇ ਨੇ ਦੁਖੀ ਕਰਦੇ ਨੇ। ਕਲਪਨਾ ਇਹਦੇ ਅੰਦਰ ਇੰਨੀ ਜ਼ਿਆਦਾ ਲੱਗੀ ਰਹਿੰਦੀ ਹਰ ਵਕਤ। ਇਹਨੂੰ ਕਹਿੰਦੇ ਨੇ ਦੂਜੇ ਪਾਏ ਦੁੱਖ ਹੋਏ। ਦੁੱਖ ਕੋਈ ਇਹ ਨਹੀਂ ਵੀ ਇਹਨੂੰ ਕੋਈ ਸੱਟ ਲੱਗ ਗਈ ਆ ਜਾਂ ਇਹਨੂੰ ਕੋਈ ਨੁਕਸਾਨ ਹੋ ਗਿਆ, ਨਹੀਂ। ਇਹਦੇ ਅੰਦਰ ਵਿਚਾਰਾਂ ਦਾ, ਸੈਂਸਿਆਂ ਦਾ। ਜਿਸ ਤਰ੍ਹਾਂ ਇੱਕ ਬੰਦਾ ਬੜਾ ਦੁਖੀ ਹੋਇਆ, ਆਉਂਦਾ ਵੀ ਦੁਖੀ ਕੀ ਗੱਲ ਹੋ ਗਈ, ਬੜੇ ਦੁਖੀ ਜੇ। ਅਤੇ ਆਂਦੇ ਕੀ ਕਰੀਏ? ਆਂਦਾ ਮੈਨੂੰ ਨਾ 100 ਕਰੋੜ ਰੁਪਏ ਦਾ ਘਾਟਾ ਪੈ ਗਿਆ। ਆਂਦਾ ਕਿਵੇਂ? ਆਂਦਾ ਮੈਂ ਨਾ 100 ਰੁਪਏ ਦੀ ਲਾਟਰੀ ਪਾਈ ਸੀ, ਨਿਕਲੀ ਨਹੀਂ। ਹੁਣ ਉਹ ਇਹ ਕੋਈ ਦੁੱਖ, ਉਹਨੂੰ ਘਾਟਾ ਕਿੱਥੇ ਪਿਆ? ਕਿਉਂਕਿ ਉਹਨੇ ਸੋਚ ਹੀ ਜ਼ਿਆਦਾ ਲਿਆ ਵੀ ਮੇਰੀ ਸ਼ਾਇਦ ਨਿਕਲ ਜਾਏਗੀ। ਉਹਦੇ ਮੁਤਾਬਕ ਉਹਨੇ ਕਈ ਵਿਚਾਰ ਹੋਰ ਬਣਾ ਲਏ, ਉਹ ਨਹੀਂ ਨਿਕਲੀ, ਦੁਖੀ ਹੋਈ ਜਾ ਰਿਹਾ। ਉਹ ਦੁਖੀ ਕੌਣ ਕਰਨ ਵਾਲਾ? ਅੰਦਰ ਜਿਨ੍ਹਾਂ ਨੇ ਵਿਚਾਰ ਪੈਦਾ ਕਰ ਦਿੱਤੇ, ਕਲਪਨਾਵਾਂ, ਸੈਂਸੇ, ਚਿੰਤਾ। ਹੁਣ ਕੋਈ ਮਾਰਦਾ ਥੋੜ੍ਹੀ ਕਿਸੇ ਨੂੰ। ਹੁਣ ਬੱਚੇ ਆ, ਬੱਚਿਆਂ ਦੇ ਨਾਲ ਮਾਂ ਪਿਓ ਕਿੰਨਾ ਪਿਆਰ ਕਰਦੇ ਆ, ਅਤੇ ਬੱਚੇ ਕਲਪਦੇ ਰਹਿੰਦੇ ਆਪਣੇ ਮਾਂ ਪਿਓ 'ਤੇ। ਇੱਕ ਦੂਸਰੇ ਦੇ ਨਾਲ ਅਸੀਂ ਲੜਦੇ ਰਹਿੰਦੇ, ਝਗੜਦੇ ਰਹਿੰਦੇ ਹਾਂ। ਕੋਈ ਕਿਸੇ ਨੂੰ ਮਾੜਾ ਥੋੜ੍ਹੀ ਬੋਲਦਾ, ਕੋਈ ਕਿਸੇ ਨੂੰ ਮਾਰਦਾ ਥੋੜ੍ਹੀ ਹੈ। ਅਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਦੂਜੇ ਪਾਏ ਦੁੱਖ ਹੋਏ। ਇਹ ਦੂਸਰੇ ਰਸਤੇ ਚੱਲ ਗਿਆ ਅਤੇ ਦੁਖੀ ਹੋ ਰਿਹਾ। ਦੂਜੇ ਪਾਏ ਦੁੱਖ ਹੋਏ, ਮਨਮੁਖ ਜਮ ਜੋਇਆ ਜੀਓ। ਹੁਣ ਇਸ ਮਨ ਨੂੰ ਦੁਖੀ ਕਰਦੇ ਆ। ਇਸੇ ਤਰ੍ਹਾਂ ਜਦੋਂ ਕਲਪਨਾ ਵੱਧਦੀਆਂ ਜਾਂਦੀਆਂ, ਘਰਾਂ ਦੇ ਵਿੱਚ ਵਿਚਾਰਾਂ ਦਾ ਟਕਰਾਅ, ਆਰਥਿਕ ਮੰਦਹਾਲੀ, ਜਦੋਂ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਕਰਮ ਨਹੀਂ ਕਰਨਾ, ਉਹਨਾਂ ਨੇ ਦੁਖੀ ਕਰਨਾ ਵਾ। ਆਰਥਿਕ ਤੌਰ 'ਤੇ ਵੀ ਉਹਨਾਂ ਨੇ ਪਰੇਸ਼ਾਨ ਕਰ ਦੇਣਾ ਵਾ। ਹੁਣ ਇਹ ਮਨਮੁਖ ਹੋ ਗਿਆ, ਆਰਥਿਕ ਤੌਰ 'ਤੇ ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ। ਇਹਨੂੰ ਕਿਤੇ ਘਾਟਾ ਪੈ ਗਿਆ। ਕਿਉਂਕਿ ਜੇ ਆਪਾਂ ਨਾਮ ਜਪ ਕੇ, ਸਿਮਰਨ ਕਰਕੇ ਕੋਈ ਕਰਮ ਕਰਾਂਗੇ, ਉਹਦੇ ਵਿੱਚ ਲਾਹਾ ਮਿਲੇਗਾ, ਉਹਦੇ ਵਿੱਚ ਮਾਲਕ ਆਪ ਖੜ ਜਾਏਗਾ। ਇਹ ਹੁਣ ਇੱਥੇ ਚੱਲਦਾ ਹੈ, ਦੁਖੀ ਹੈ। ਅਤੇ ਮਹਾਰਾਜ ਕਹਿੰਦੇ ਨੇ ਦੁਖੀ ਹੋ ਗਿਆ, ਵਿਚਾਰਾਂ ਟਕਰਾਏ, ਪਰੇਸ਼ਾਨ ਰਹਿੰਦਾ। ਅਤੇ ਇਹੋ ਜਿਹੇ ਹਾਲਾਤ ਨੇ ਪੈਦਾ ਹੋ ਗਏ। ਇਹ ਸਮਝਦਾ ਕਿ ਮੈਨੂੰ ਕਿਸੇ ਨੇ ਕੁਝ ਕੀਤਾ ਹੋਇਆ। ਵਿਚਾਰਾਂ ਦਾ ਅੰਦਰ ਖੇਲ ਚੱਲਦਾ ਅਤੇ ਦੁਖੀ ਹੈ। ਕਿਸੇ ਸਿਆਣੇ ਕੋਲ ਚਲੇ ਗਏ, ਉਹ ਅੱਗੋਂ ਕਾਲ ਦੇ ਦਾਇਰੇ ਵਿੱਚ ਹੁੰਦੇ ਨੇ। ਉਹ ਕਹਿਣ ਲੱਗੇ ਜੀ ਤੁਹਾਡਾ ਨਾ, ਤੁਹਾਨੂੰ ਘਰ ਦੇ ਵਿੱਚ ਤਾਂ ਨਹੀਂ ਕੁਝ ਫਲਦਾ, ਤੁਹਾਡਾ ਬਜ਼ੁਰਗ ਜਿਹੜਾ ਨਾ ਉਹ ਬੜਾ ਤੰਗ ਆ। ਹੁਣ ਉਹਨੂੰ ਪਤਾ ਸੀ ਕਿ ਬਜ਼ੁਰਗ ਮਰਿਆ, ਇਹਨਾਂ ਦਾ ਪਤਾ ਲੱਗ ਹੀ ਜਾਂਦਾ ਗੱਲਾਂ ਬਾਤਾਂ ਦਾ। ਆਉਂਦੇ ਅੱਛਾ, ਆਉਂਦੇ ਤੁਸੀਂ ਆਪਣੇ ਬਜ਼ੁਰਗ ਨੂੰ ਕਦੀ ਦਿੱਤਾ ਨਹੀਂ ਕੁਝ, ਉਹ ਤਾਂ ਨੰਗਾ ਤੁਰਿਆ ਫਿਰਦਾ, ਉਹ ਤਾਂ ਉੱਥੇ ਭੁੱਖਾ ਹੀ ਤੁਰਿਆ ਫਿਰਦਾ। ਆਉਂਦੇ ਵੀ ਅੱਛਾ ਹੁਣ ਕੀ ਕਰੀਏ? ਆਉਂਦੇ ਵੀ ਉਹਨੂੰ ਭੋਜਨ ਦੇਣਾ ਪਏਗਾ, ਉੱਥੇ ਪਹੁੰਚਾਉਣਾ ਪਏਗਾ, ਕੱਪੜਾ ਇੰਨੇ ਮੀਟਰ ਕੱਪੜਾ ਦਾਨ ਕਰੋ, ਇੰਨਾ ਭੋਜਨ ਛਕਾਓ। ਉਹ ਐਸਾ ਹੀ ਕੋਈ ਗੁਰਮੁਖ ਨੂੰ ਮਿਲੇ ਅਤੇ ਉਹਨੂੰ ਦੱਸਿਆ ਉਹਨੇ
ਤੇ ਉਹਨੇ ਅੱਗੇ ਕਿਸੇ ਨਾਲ ਸਲਾਹ ਕਰ ਲਈ, ਉਹਦੇ ਕਿੱਥੋਂ ਆਏ, ਕਿਤੇ ਸਿਆਣੇ ਕੋਲ ਗਏ ਸੀ। ਤੇ ਉਹਨੇ ਕਿਹਾ ਤੁਹਾਡਾ ਬਜ਼ੁਰਗ ਤਾਂ ਨੰਗਾ ਤੁਰਿਆ ਫਿਰਦਾ ਉੱਥੇ, ਤੇ ਉਹਨੂੰ ਤਾਂ ਕੱਪੜਾ ਭੇਜਣਾ ਉੱਥੇ। ਉਹਨੇ 7 ਮੀਟਰ ਕੱਪੜਾ ਮੰਗਿਆ ਵਧੀਆ, 1000 ਰੁਪਏ ਮੀਟਰ ਵਾਲਾ, ਆਂਦਾ ਉੱਥੇ ਭੇਜਣਾ। ਉਹ ਕਹਿੰਦੇ ਵੀ ਚਲੋ ਠੀਕ ਹੈ, ਪਰ ਅਸੀਂ ਤੈਨੂੰ ਸਮਝਾਉਨੇ ਖੇਲ ਵੀ ਜੈ ਕਿਛ ਆਹ ਤਹਾਂ ਕਿਛ ਨਾਹੀਂ, ਪੰਜ ਤੱਤ ਤੇ ਨਾਹੀਂ। ਵੀ ਜਦੋਂ ਆਪਾਂ ਦੇਹ ਛੱਡ ਜਾਂਦੇ ਹਾਂ ਸਾਰੇ, ਤੇ ਦੋ ਹੀ ਰਸਤੇ ਆ, ਜਾਂ ਤਾਂ ਆਪਾਂ ਸੱਚ ਵਿੱਚ ਸਮਾ ਜਾਂਦੇ ਹਾਂ, ਉੱਥੇ ਸਾਨੂੰ ਕੱਪੜੇ ਦੀ ਲੋੜ ਨਹੀਂ ਰਹਿੰਦੀ, ਤੇ ਜਾਂ ਅਸੀਂ ਕਿਸੇ ਨਾ ਕਿਸੇ ਆਕਾਰ ਵਿੱਚ ਚਲੇ ਜਾਂਦੇ ਹਾਂ। ਤੇ ਜਦੋਂ ਕਿਸੇ ਆਕਾਰ ਦੇ ਵਿੱਚ ਲੈ ਕੇ ਜਾਂਦੇ ਨੇ, ਤੇ ਨਾ ਜਲ ਲੇਫ ਤਲਾਈਆਂ, ਨਾ ਭੋਜਨ ਪ੍ਰਕਾਰੋ ਵਾ, ਨਾ ਤੇ ਉੱਥੇ ਤੁਹਾਡੇ ਵੱਲੋਂ ਦਿੱਤਾ ਕੱਪੜਾ ਕੋਈ ਉੱਥੇ ਪਹੁੰਚਦਾ, ਨਾ ਕੋਈ ਉੱਥੇ ਭੋਜਨ ਹੀ ਪਹੁੰਚਦਾ। ਉੱਥੇ ਤਾਂ ਸੂਖਮ ਨੂੰ ਲੈ ਕੇ ਚੱਲਦੇ ਆ। ਤੇ ਜਿੱਥੇ ਆਪਾਂ ਸੱਚ ਵਿੱਚ ਸਮਾ ਜਾਣਾ, ਤੇ ਉੱਥੇ ਤਾਂ ਸਿਵ ਸਲਾਹ ਦਾ ਕੱਪੜਾ, ਨਾਮ ਦਾ ਕੱਪੜਾ, ਉੱਥੇ ਤਾਂ ਇਹ ਉੱਥੇ ਜਾਣਾ ਨਹੀਂ। ਜੈ ਕਿਛ ਆਹ ਤਹਾਂ ਕਿਛ ਨਾਹੀਂ, ਪੰਜ ਤੱਤ ਤੇ ਨਾਹੀਂ। ਜੇ ਸਰੀਰ ਨੇ ਕੱਪੜਾ ਪਹਿਨਣਾ, ਉਹ ਸਰੀਰ ਤਾਂ ਇੱਥੇ ਜਲ ਗਿਆ, ਆਪਾਂ ਸੰਸਕਾਰ ਤਾਂ ਇੱਥੇ ਹੀ ਕਰ ਦਿੰਦੇ ਹਾਂ। ਇਸ ਕਰਕੇ ਉਹ ਕਹਿੰਦੇ ਨੇ ਵੀ ਉੱਥੇ ਨਹੀਂ ਚੱਲਦਾ ਨਾਲ। ਆਂਦੇ ਹੁਣ ਕੀ ਕਰੀਏ? ਆਂਦੇ ਵੀ ਐਸਾ ਕਰੋ, ਮੈਂ ਤੁਹਾਨੂੰ ਦੱਸਣਾ ਇੱਕ ਸਕੀਮ। ਆਂਦੇ ਵੀ ਤੁਸੀਂ ਜਾਣਾ ਉਹਦੇ ਕੋਲ, ਉਹ ਨਾਲ ਉਹ ਚੱਲ ਗਿਆ, ਮੈਂ ਵੀ ਚੱਲੂੰਗਾ। ਉਹ ਜਾ ਕੇ ਉਹ ਸਿਆਣੇ ਨੂੰ ਕਹਿਣ ਲੱਗੇ ਵੀ ਠੀਕ ਹੈ, ਵੀ ਬਜ਼ੁਰਗ ਤਾਂ ਇਹਨਾਂ ਦਾ ਮਰਿਆ, ਤੇ ਜੇ ਕੋਈ ਚੀਜ਼ ਦੀ ਲੋੜ ਹੁੰਦੀ ਤਾਂ ਆਪੇ ਇਹਨਾਂ ਕੋਲੋਂ ਮੰਗ ਲੈਂਦਾ, ਤੇ ਇਹਨਾਂ ਦੇ ਨਾਲ ਤਾਂ ਉਹਨੇ ਸੰਪਰਕ ਕੀਤਾ ਨਹੀਂ, ਤੇ ਤੁਹਾਡੇ ਨਾਲ ਉਹਨੇ ਸੰਪਰਕ ਕਰ ਲਿਆ। ਤੇ ਚਲੋ ਜੇ ਉਹਨੇ ਤੁਹਾਡੇ ਨਾਲ ਸੰਪਰਕ ਕਰ ਵੀ ਲਿਆ, ਕਿ ਸਾਡਾ ਬਜ਼ੁਰਗ ਤਾਂ ਸਾਨੂੰ ਨਹੀਂ ਦਿਸਦਾ, ਤੁਹਾਨੂੰ ਦਿਸਦਾ? ਉਹ ਕਹਿੰਦਾ ਵੀ ਹਾਂ। ਉਹਨੇ ਪਰ ਜਿਹੜਾ ਆਹ ਕੱਪੜਾ ਤੁਹਾਨੂੰ ਦਾਨ ਕਰਨ ਲੱਗੇ ਆ ਨਾ, ਇਹ ਸਾਨੂੰ ਵੀ ਦਿਸਦਾ ਵਾ, ਤੁਹਾਨੂੰ ਵੀ ਦਿਸਦਾ? ਕਹਿੰਦਾ ਹਾਂ। ਕਹਿੰਦਾ ਵੀ ਜਦੋਂ ਅਸੀਂ ਕੱਪੜਾ ਤੁਹਾਨੂੰ ਦੇਵਾਂਗੇ, ਤੁਸੀਂ ਬਜ਼ੁਰਗ ਨੂੰ ਦਿਓਗੇ, ਤੇ ਬਜ਼ੁਰਗ ਤਾਂ ਸਾਨੂੰ ਨਹੀਂ ਦਿਸੇਗਾ, ਪਰ ਕੱਪੜਾ ਤਾਂ ਦਿਸੇਗਾ ਨਾ। ਤੇ ਜਦੋਂ ਸਾਡਾ ਬਜ਼ੁਰਗ ਕੱਪੜਾ ਪਾ ਕੇ ਜਾਵੇ, ਇੱਧਰ ਦੀ ਸਾਨੂੰ ਕੱਪੜਾ ਹੀ ਉੱਡਦਾ ਦਿਖਾ ਦਿਓ ਕਿਤੇ, ਵੀ ਅਸੀਂ ਦੂਰੋਂ ਹੀ ਵੇਖ ਲਿਆ ਕਰਾਂਗੇ, ਉਹ ਸਾਡੇ ਬਜ਼ੁਰਗ ਨੇ ਚਿੱਟੇ ਰੰਗ ਦਾ ਕੱਪੜਾ ਪਾਇਆ, ਸਾਨੂੰ ਪਛਾਣ ਆ ਜਾਇਆ ਕਰੇਗੀ। ਉਹ ਹੁੰਦਾ ਵੀ ਇਹ ਕੈਸੀ ਗੱਲ ਬਣ ਗਈ, ਇਹਨਾਂ ਨੂੰ ਕਿਸੇ ਨੇ ਸਿਖਾਇਆ ਲੱਗਦਾ ਕਿੱਦਾਂ ਤੁਹਾਨੂੰ ਹੈਂ। ਹੁਣ ਇੱਥੇ ਕਈ ਦਫਾ ਭਰਮ ਪੈਂਦਾ ਬਹੁਤ ਜ਼ਿਆਦਾ। ਇੱਥੇ ਧਿਆਨ ਦੀ ਅਵਸਥਾ ਵਿੱਚ ਜਾਂਦੇ ਜਾਂਦੇ ਕਈ ਗੁਰਮੁਖ ਭਰਮ ਚੱਲ ਜਾਂਦੇ ਨੇ। ਹੁਣ ਕਈ ਦਫਾ ਦੇਖਣਗੇ, ਅਭਿਆਸ ਕਰਦੇ ਕਰਦੇ ਉਹ ਚਲੇ ਗਏ, ਕਹਿਣਗੇ ਵੀ ਸਾਨੂੰ ਅੱਗੇ ਜਾ ਕੇ ਨਾ ਇੱਥੇ ਗੁਰਮੁਖ ਮਿਲੇ। ਜਿਸ ਤਰ੍ਹਾਂ ਪਿੱਛੇ ਇੱਕ ਚੱਲਿਆ ਸੀ ਪ੍ਰਚਾਰ ਬੜਾ, ਉਹਨੇ ਕਹਿਣਾ ਵੀ ਜਿਹੜਾ ਜਦੋਂ ਅਸੀਂ 10ਵੇਂ ਦੁਆਰ ਵਿੱਚ ਜਾਂਦੇ ਹਾਂ ਨਾ, ਤੇ 10ਵੇਂ ਦੁਆਰ ਨੂੰ ਸੋਨੇ ਦਾ ਦਰਵਾਜ਼ਾ ਲੱਗਾ ਹੋਇਆ, ਤੇ ਜਦੋਂ ਦਰਵਾਜ਼ਾ ਖੁੱਲ੍ਹਦਾ, ਉੱਥੇ ਮਾਰਿਆ ਪ੍ਰਕਾਸ਼ ਆ, ਸਾਰੇ ਸੰਤ ਭਗਤ ਸਾਧੂ ਬੈਠੇ ਹੋਏ ਨੇ, ਤੇ ਐਸਾ ਦਰਸ਼ਨ ਕਰਦੇ ਪਾਤਸ਼ਾਹ ਬੈਠੇ ਹੋਏ। ਹੁਣ ਜਿਹੜਾ ਆਪਣਾ 10ਵਾਂ ਦੁਆਰ ਹੈ, ਉਹ ਤਾਂ ਸੂਖਮ ਹੈ, ਤੇ ਸਭ ਦੁਆਰਾ ਖੁੱਲ੍ਹਣਾ, ਪਾਉਣ ਦਾ ਦਰਵਾਜ਼ਾ ਲੱਗਾ ਹੋਇਆ ਉੱਥੇ। ਤੇ ਉੱਥੇ ਜਦੋਂ ਆਪਾਂ ਜਾਂਦੇ, ਉੱਥੇ ਕੋਈ ਆਕਾਰ ਨਹੀਂ ਹੈਗਾ ਜਿੱਥੋਂ ਆਪਾਂ ਨਿਕਲਣਾ ਵਾ। ਇਹ ਧਿਆਨ ਰੱਖੋ, ਇਹ ਤੁਹਾਨੂੰ ਬੜੇ ਤਰੀਕੇ ਨਾਲ ਭਰਮ ਦੇ 'ਚ ਪਾਇਆ ਜਾਏਗਾ। ਤੇ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਨੇ ਜਿੱਥੋਂ ਆਪਾਂ ਨਿਕਲਣਾ, ਸ਼ਬਦ ਦੁਆਰਾ ਨਿਕਲਣਾ। ਸਤਿਗੁਰ ਹੈ ਬੋਹਿ ਥਾ, ਸ਼ਬਦ ਲਗਾਵਣ ਹਾਰ, ਤਿੱਥੇ ਪਵਨ ਨਾ ਭਾਵ ਕੋ, ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾਏ। ਉੱਥੇ ਕੇਵਲ ਸੱਚ ਆ। ਭਵਜਲ ਤਾਰਨਹਾਰ, ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸੇ ਲਿਵਲਾਏ, ਆਵਾ ਗਵਨ ਨਿਵਾਰਿਆ, ਜੋਤੀ ਜੋਤ ਮਿਲਾਏ। ਆਹ ਮਨ ਦੀ ਜੋਤ ਨੇ ਸਾਜੀ ਜੋਤ ਵਿੱਚ ਮਿਲਣਾ, ਉੱਥੇ ਕੋਈ ਵੀ ਆਕਾਰ ਨਹੀਂ ਹੁੰਦਾ। ਤੇ ਜਿਸ ਤਰ੍ਹਾਂ ਗੁਰਮੁਖ ਕਹਿ ਰਹੇ ਸੀ, ਇਹ ਤਾਂ ਹੀ ਸੁਣਾ ਰਿਹਾ ਕਿਉਂਕਿ ਇਹ ਜਾਏਗਾ ਜਦੋਂ ਦੇਖੇ। ਤੇ ਗੁਰਮੁਖ ਦੱਸ ਰਹੇ ਸੀ ਵੀ ਜਦੋਂ ਉੱਥੇ ਗਏ, ਉੱਥੇ ਅੱਗਿਓਂ ਗੁਰਮੁਖ ਮਿਲੇ, ਉਹਨਾਂ ਨੇ ਦੱਸਿਆ, ਉਹਨਾਂ ਨੇ ਇਹ ਚਿੱਟਾ
ਝੱਗਾ ਪਜਾਮਾ ਪਾਇਆ ਹੈ, ਗਾਤਰਾ ਪਹਿਨਿਆ ਹੋਇਆ ਉੱਤੋਂ ਦੀ। ਹੁਣ ਇਹ ਜਿਹੜਾ ਆਪਾਂ ਦੇਖਾਂਗੇ ਆਕਾਰ ਹੇਠਾਂ ਰਹਿ ਜਾਏਗਾ ਸਾਰਾ। ਇਸ ਕਰਕੇ ਅਸੀਂ ਸ਼ਬਦ ਵਿੱਚ ਸਮਾ ਕੇ ਚੱਲਣਾ ਹੁੰਦਾ। ਹੁਣ ਨਾ ਭੇਦ ਹੋਣ ਕਰਕੇ ਜੀਵ ਉੱਥੇ ਆਕਾਰ ਨੂੰ ਲੱਭਦਾ ਰਹੇਗਾ ਵੀ ਕੋਈ ਆਕਾਰ ਆਏ ਤੇ ਆਕਾਰ ਤਾਂ ਬਦਲਦਾ ਰਹੇਗਾ। ਜਿਸ ਤਰ੍ਹਾਂ ਹੁਣ ਪਿਛੇ ਅੱਗੇ ਵੀ ਆਪਾਂ ਕਈ ਦਫਾ ਵਿਚਾਰ ਗਏ ਤੇ ਵੀ ਆਕਾਰ ਦੇਖਾਂਗੇ, ਕਿਸੇ ਨੂੰ ਆਪਾਂ ਜਵਾਨੀ ਵਿੱਚ ਮਿਲੇ ਹੁੰਦੇ ਹਾਂ, ਕਿਸੇ ਨੂੰ ਆਪਾਂ ਬਚਪਨ 'ਚ ਮਿਲੇ ਹੁੰਦੇ ਹਾਂ, ਕਿਸੇ ਨੂੰ ਆਪਾਂ ਬੜੇ, ਇਹ ਆਕਾਰ ਤਾਂ ਬਦਲ ਜਾਏਗਾ। ਜਿਸ ਤਰ੍ਹਾਂ ਹੁਣ ਆਪਾਂ ਵੀ ਕਿੰਨੇ ਲੰਘ ਆਏ ਵੀ ਬਚਪਨ ਸੀ, ਫਿਰ ਜਵਾਨੀ ਆ ਗਈ, ਧੌਲੇ ਆ ਗਏ, ਤੇ ਕਿਹੜੇ ਆਕਾਰ ਦਾ ਧਿਆਨ ਰੱਖੋਗੇ ਉੱਥੇ? ਉੱਥੇ ਕਿਹੜੇ ਆਕਾਰ ਦਾ ਧਿਆਨ ਰੱਖੋਗੇ ਵੀ ਜਵਾਨੀ ਵਾਲੇ ਦਾ, ਬਚਪਨ ਵਾਲੇ ਦਾ, ਕਿ ਜਾਂ ਬਜ਼ੁਰਗ ਅਵਸਥਾ ਦੇ ਵਿੱਚ? ਹੁਣ ਤੁਸੀਂ ਜਿਹਨੂੰ ਉੱਥੇ ਮਿਲਣਾ, ਤੁਸੀਂ ਦੇਖਿਆ ਉਹਨੂੰ ਜਵਾਨੀ ਵਿੱਚ, ਪਰ ਉਹ ਹੁਣ ਤਾਂ ਬਜ਼ੁਰਗ ਹੋ ਚੁੱਕੇ ਹੋਣਗੇ ਉੱਥੇ, ਤੇ ਫਿਰ ਉੱਥੇ ਕਿਸ ਰੂਪ 'ਚ ਮਿਲੋਗੇ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਾਂ ਉਹਦਾ ਧਿਆਨ ਧਰਨਾ ਵਾ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ। ਜਿਹੜਾ ਜੁਗਾਂ ਜੁਗਾਂ ਤੋਂ ਜਿਹਦਾ ਰੂਪ ਨਹੀਂ ਬਦਲਦਾ, ਇੱਕ ਹੀ ਰੂਪ ਹੈ ਜਿਹਦਾ, ਉਹਦਾ ਆਪਾਂ ਧਿਆਨ ਧਰਨਾ ਹੈ। ਜਿਹਨੂੰ ਪਾਤਸ਼ਾਹ ਕਹਿੰਦੇ ਨੇ ਧਿਆਨ ਧਰੋ ਤਿਹ ਕੋ ਮਨ ਮੇ, ਜੇ ਕੋ ਅਮਿਤੋਜ ਸਭੇ ਜਗ ਛਾਇਓ। ਜਿਹੜਾ ਪ੍ਰਕਾਸ਼ ਸਾਰੇ ਪਾਸੇ ਇੱਕੋ ਜਿਹਾ ਹੀ ਆ, ਜਿਹੜਾ ਬਦਲਦਾ ਨਹੀਂ ਆ। ਇਹ ਨਹੀਂ ਵੀ ਕੱਲ੍ਹ ਤੁਸੀਂ ਹੋਰ ਦਰਸ਼ਨ ਕੀਤੇ, ਅੱਜ ਉਹ ਬਦਲ ਗਿਆ, ਉਹਦਾ ਰੂਪ ਹੀ ਬਦਲ ਗਿਆ, ਕੱਲ੍ਹ ਨੂੰ ਉਹ ਬੁੱਢਾ ਹੋ ਜਾਏਗਾ। ਪਹਿਲਾਂ ਬਚਪਨ ਸੀ, ਬੱਚਾ ਸੀ, ਜਿਸ ਤਰ੍ਹਾਂ ਕੋਈ ਕਹਿੰਦਾ ਮੈਂ ਉੱਥੇ ਦੇਖਿਆ ਉਹਦਾ ਇਸ ਤਰ੍ਹਾਂ ਦਾ ਰੂਪ ਸੀ, ਵੀ ਇਸ ਤਰ੍ਹਾਂ ਦਾ ਉਹਦਾ ਰੂਪ ਦੇਖਦੇ ਹਾਂ। ਉਹਦਾ ਇੱਕ ਹੀ ਰੂਪ ਹੈ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਔਰ ਸ੍ਰਿਸ਼ਟੀ ਚੱਲਦਿਆਂ, ਜੋ ਸ੍ਰਿਸ਼ਟੀ ਖਤਮ ਹੋ ਜਾਂਦੀ, ਇੱਕ ਹੀ ਰੂਪ, ਉਹਦਾ ਬਦਲਦਾ ਨਹੀਂ ਆ। ਉਹਦੇ ਆਪਾਂ ਦਰਸ਼ਨ ਕਰਨੇ ਉੱਥੇ। ਲੇਕਿਨ ਹੁਣ ਇਸ ਤਰ੍ਹਾਂ ਭਰਮ ਦੇ ਵਿੱਚ ਜਿਹੜਾ ਮਨ ਆਪ ਪ੍ਰੇਤ ਆ, ਉਹਨੇ ਤਾਂ ਪਛਾਣ ਨਹੀਂ ਕੀਤੀ। ਮਰ ਕਹਿੰਦੇ ਕਲਯੁਗ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਹੁਣ ਜਿਹੜਾ ਆਪ ਪ੍ਰੇਤ ਆ ਉਹਨੇ ਤਾਂ ਪਛਾਣੇ ਨਹੀਂ, ਤੇ ਜਿਹਨੇ ਆਪ ਨਹੀਂ ਪਛਾਣਿਆ ਤੇ ਉਹ ਕੀ ਦੱਸੇਗਾ? ਤੇ ਮਰ ਕਹਿੰਦੇ ਨੇ ਵਿਣ ਡਿੱਠਾ ਕਿਆ ਸਲਾਹੀ ਹੈ, ਸਭ ਅੰਧੋ ਅੰਧ ਕਮਾਏ। ਵੀ ਜਿੰਨੀ ਦੇਰ ਤੱਕ ਆਪਾਂ ਦੇਖਿਆ ਹੀ ਨਹੀਂ ਤੇ ਉਹਦੀ ਸਲਾਹਤ ਕਿਵੇਂ? ਜੇ ਪੁੱਛੇ ਤਾਂ ਕੀ ਕਵਾਂਗੇ? ਦੱਸ ਹੀ ਨਹੀਂ ਸਕਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਦ ਸਮਾਇਲੋ ਰੇ ਭੇਟੀ ਲੈ ਗੁਰਦੇਵਾ। ਉੱਥੇ ਕਿਵੇਂ ਗੁਰੂ ਨੂੰ ਮਿਲਣਾ? ਪਰਮਾਤਮਾ ਨੂੰ ਨਾਦ ਦੇ ਵਿੱਚ, ਨਾਦ ਸਮਾਇਲੋ ਰੇ ਭੇਟੀ ਲੈ ਗੁਰਦੇਵਾ। ਜਦੋਂ ਨਾਦ ਵਿੱਚ ਸਮਾ ਕੇ ਜਾਓਗੇ ਤੇ ਫਿਰ ਉੱਥੇ ਤੁਹਾਨੂੰ ਪਛਾਣ ਹੋਏਗੀ। ਆਓ ਸਾਰੇ ਆਪਾਂ ਥੋੜ੍ਹਾ ਪ੍ਰੈਕਟੀਕਲ ਕਰੀਏ। ਇਹ ਮਨਮੁਖ ਨੇ ਨਹੀਂ ਪਛਾਣਿਆ, ਇਹ ਪ੍ਰੇਤ ਹੈ। ਆਪਾਂ ਹੁਣ ਪਛਾਣ ਕਰਨੀ ਉਸ ਦੀ, ਅਤੇ ਪਛਾਣ ਕਰਨ ਵਾਸਤੇ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਉਹ ਸਾਨੂੰ ਸਿੱਧਾ ਬਾਹਰੋਂ ਪਛਾਣ ਕਰਾ ਦਿੰਦੇ ਨੇ ਅਤੇ ਨਾਲ ਭੇਜ ਦਿੰਦੇ ਨੇ ਅੰਦਰੋਂ ਜੇ ਮਿਲਣਾ ਤਾਂ ਸ਼ਬਦ ਦੁਆਰਾ ਮਿਲ ਸਕਦੇ ਜੇ। ਹੁਣ ਆਪਾਂ ਸ਼ਬਦ ਵਿੱਚ ਧਿਆਨ ਰੱਖ ਕੇ ਅਤੇ ਜਦੋਂ ਧਿਆਨ ਲਾਵਾਂਗੇ ਤਾਂ ਜੋਤ ਪ੍ਰਗਟ ਹੋਏਗੀ। ਉਸ ਨੂੰ ਬਾਣੀ ਦੇ ਵਿੱਚ ਬ੍ਰਹਮ ਜੋਤ ਕਹਿ ਦਿੱਤਾ। ਇਸੇ ਤਰ੍ਹਾਂ ਜਦੋਂ ਆਪਾਂ ਚਾਂਸੂ ਨੂੰ ਸਮ ਕਰਕੇ ਦੇਖਾਂਗੇ, ਇਹਨੂੰ ਅਨੂਪ ਜੋਤ ਕਹਿ ਦਿੱਤਾ। ਸੋ ਆਓ ਆਪਾਂ ਨਾਲ ਨਾਲ ਦਰਸ਼ਨ ਕਰੀਏ। ਜਿਹੜੇ ਗੁਰਮੁਖ ਦਰਸ਼ਨ ਕਰਦੇ ਨੇ ਪ੍ਰਕਾਸ਼ ਦੇ, ਉਹ ਸ਼ਬਦ ਵਿੱਚ ਧਿਆਨ ਲਾ ਕੇ ਦਰਸ਼ਨ ਕਰਨ। ਜਿਹੜੇ ਸੁਣਦੇ ਨੇ ਸ਼ਬਦ ਨੂੰ, ਉਹ ਦਰ 'ਤੇ ਬੈਠਣ, ਅਤੇ ਜਿਹੜੇ ਹਾਲੇ ਨਵੇਂ ਨੇ ਉਹ ਆਪਣਾ ਅਭਿਆਸ ਗੁਰਮੰਤਰ ਦਾ ਜਪਦੇ ਰਹਿਣ। ਆਓ ਸਾਰੇ ਜਣੇ ਕਰੋ ਸ਼ੁਰੂ। ਵਾਹਿਗੁਰੂ।